तो आओ फिर ਅਸੀਂ ਅੱਜ ਵਚਨ ਵੱਲ ਚੱਲੀਏ। ਦੁਬਾਰਾ ਸਟਾਰਟ ਸੋ ਜਿਸ ਤਰ੍ਹਾਂ ਕੱਲ ਨੂੰ ਸਾਰੀ ਦੁਨੀਆ ਤੇ ਆਪਾਂ ਗੁੱਡ ਫਰਾਈਡੇ ਦਾ ਤਿਉਹਾਰ ਮਨਾਉਣ ਜਾ ਰਹੇ ਹਾਂ। ਅਸੀਂ ਅੱਜ ਵਚਨ ਦੇ ਵਿੱਚੋਂ ਬਹੁਤ ਖਾਸ ਔਰ ਅਹਿਮ ਗੱਲਾਂ ਲੱਭਣੀਆਂ ਕਿ ਇਸ ਵਚਨ ਦੀ ਗਹਿਰਾਈ ਕੀ ਆ, ਇਹ ਦਿਨ ਕਿੱਦਾਂ ਬਣਿਆ, ਇਹਦਾ ਇਤਿਹਾਸ ਕੀ ਆ, ਇਹਦਾ ਮਕਸਦ ਕੀ ਆ। ਔਰ ਜਿਸ ਤਰ੍ਹਾਂ ਹੁਣੇ ਗਾਣਾ ਗਾ ਰਿਹਾ ਸੀ ਕਿ ਮੇਰਾ ਯਿਸੂ ਮੇਰੇ ਲਈ ਰੋਟੀ ਵਾਂਗੂ ਤੋੜਿਆ ਗਿਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਭੂ ਯਿਸੂ ਮਸੀਹ ਦਾ ਜਿਸਮ ਦਾ ਕੋਈ ਹਿੱਸਾ ਐਸਾ ਨਹੀਂ ਸੀਗਾ। ਜਿਸ ਤਰ੍ਹਾਂ ਇੱਕ ਜ਼ਮੀਨ ਦੇ ਉੱਤੇ ਆਪਾਂ ਹਲ ਬਾਹ ਦਿੰਦੇ ਹਾਂ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਇੰਨੇ ਕੁ ਮਤਲਬ ਉਹਨੂੰ ਕੋੜਿਆਂ ਦੀ ਮਾਰ ਪਈ ਕਿ ਉਹਦਾ ਜਿਸਮ ਜਿਹੜਾ ਇੱਕ ਛੱਲੀ ਵਾਂਗੂ ਹਲ ਵਾਂਗੂ ਵਾਹਿਆ ਗਿਆ। ਔਰ ਮੇਰੇ ਅਜ਼ੀਜ਼ੋ, ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇੱਕ ਕੈਲਕੂਲੇਸ਼ਨ ਕੀਤੀ ਸੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਹੋਈ ਉਸ ਤੋਂ ਪਹਿਲਾਂ ਉਹਨੂੰ 39 ਕੋੜੇ ਮਾਰੇ ਗਏ। ਅੱਜ ਦਾ ਮੇਰਾ ਮੈਸੇਜ 39 ਕੋੜਿਆਂ ਵੱਲ ਨਿਗਾ, ਲੇਕਿਨ ਜਿਹੜਾ ਇੱਕ ਕੋੜਾ ਸੀਗਾ ਉਹਦੇ ਅੰਦਰ 9 ਕਿੱਲ ਲੱਗੇ ਹੋਏ ਸੀ। ਔਰ ਜਦੋਂ ਆਪਾਂ 39 ਨੂੰ 9 ਦੇ ਨਾਲ ਮਲਟੀਪਲਾਈ ਕਰਦੇ ਆ ਤਾਂ ਤਕਰੀਬਨ 351 ਜਾਂ 361 ਹਾਂਜੀ ਜ਼ਖਮ ਬਣਦੇ ਆ। ਔਰ ਦੋ ਉਹਦੇ ਹੱਥਾਂ ਪੈਰਾਂ ਦੇ ਵਿੱਚ ਸੀਗਾ, ਇੱਕ ਉਹਦੇ ਭਾਲਾ ਸੀਗਾ। ਔਰ ਇਹ ਤਕਰੀਬਨ ਮਿਲਾ ਕੇ 365 ਜ਼ਖਮ, ਵੱਡੇ ਜ਼ਖਮ ਜਿਹੜੇ ਆ। 351 ਇੱਕ ਆ, 9 ਉਹਦੇ ਕੰਡੇ ਦਾ ਤਾਜ ਸੀਗਾ, 60 ਔਰ 2 ਹੱਥਾਂ ਦੇ ਵਿੱਚ ਜ਼ਖਮ ਸੀਗੇ, 2 ਪੈਰਾਂ ਦੇ ਵਿੱਚ 364 ਔਰ ਇੱਕ ਉਹਦੇ ਪਸਲੀ ਦਾ ਜਿਹੜਾ ਭਾਲਾ ਮਾਰੇਗਾ 365 ਜ਼ਖਮ ਉਹਦੇ ਜਿਸਮ ਦੇ ਵਿੱਚ ਸੀਗੇ। ਔਰ 365 ਜ਼ਖਮਾਂ ਦਾ ਇਹ ਮਕਸਦ ਆ ਕਿ ਹਰ ਰੋਜ਼ ਪ੍ਰਭੂ ਯਿਸੂ ਮਸੀਹ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਆ। ਉਹ ਕਹਿੰਦਾ ਕਿ ਨਾ ਡਰ, ਹਰ ਗੱਲ ਦੇ ਵਿੱਚ, ਹਰ ਘੜੀ ਦੇ ਵਿੱਚ, ਹਰ ਦੁੱਖ ਦੇ ਵਿੱਚ, ਹਰ ਸੁੱਖ ਦੇ ਵਿੱਚ ਪਰਮੇਸ਼ਵਰ ਤੁਹਾਡੇ ਨਾਲ ਆ ਜਿਹੜੇ ਉਹਦੇ ਉੱਤੇ ਵਿਸ਼ਵਾਸ ਕਰਦੇ ਆ। ਆਓ ਫਿਰ ਅਸੀਂ ਅੱਜ ਵਚਨ ਵੱਲ ਚੱਲੀਏ ਤੇ ਮੈਂ ਕੁਝ ਦੀ ਕਿਤਾਬ 12 ਬਾਬ ਤੋਂ ਅਸੀਂ ਸ਼ੁਰੂ ਕਰਾਂਗੇ। ਕੁਝ ਦੀ ਕਿਤਾਬ 12 ਬਾਬ ਵਚਨ ਪੜ੍ਹਨਾ ਸ਼ੁਰੂ ਕਰਦੇ ਹਾਂ। ਯਹੋਵਾ ਨੇ ਮਿਸਰ ਦੇਸ਼ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ ਹੋਵੇਗਾ। ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਆਰੰਭ, ਉਸ ਮਹੀਨੇ ਦਾ ਨਾਮ ਆ ਅਬੀਬ ਦਾ ਮਹੀਨਾ ਔਰ ਨਿਸ਼ਾਨ ਦਾ ਮਹੀਨਾ। ਹਾਂਜੀ, ਅਤੇ ਇਹ ਤੁਹਾਡੇ ਬਰੇ ਦੇ ਮਹੀਨਿਆਂ ਵਿੱਚ ਪਹਿਲਾ ਹੈ, ਸਾਲ ਦਾ ਪਹਿਲਾ ਮਹੀਨਾ ਹੈ। ਹਾਂਜੀ, ਨਿਸ਼ਾਨ ਦਾ ਮਹੀਨਾ। ਹਾਂਜੀ, ਇਸਰਾਇਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ 10ਵੀਂ ਨੂੰ ਇੱਕ ਜਣਾ ਆਪੋ ਆਪਣੇ ਪਿਤਰਾਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ ਲੇਲਾ ਲਵੇ। ਹਾਂਜੀ, ਇਹਦੇ ਵਿੱਚ ਸਾਰੀਆਂ ਚੀਜ਼ਾਂ ਨੋਟ ਕਰੀ ਜਾਣੀਆਂ ਕਿ 10 ਤਰੀਕ ਆਈ ਹੈ। ਇਹਦੇ ਵਿੱਚ 10 ਤਰੀਕ ਨੂੰ ਤੁਸੀਂ ਸਾਰਿਆਂ ਨੇ ਲੇਲੇ ਦਾ ਚੁਣਾਵ ਕਰਨਾ ਹੈ। ਇੱਕ ਲੇਲਾ ਮਤਲਬ ਖਰੀਦ ਕੇ ਲਿਆਉਣਾ ਹੈ ਆਪਣੇ ਲਈ, ਆਪਣੇ ਘਰਾਂ ਦੇ ਲਈ। ਹਾਂਜੀ, ਅੱਗੇ ਬੋਲੋ। ਅਤੇ ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗਵਾਂਢੀ ਜਿਹੜਾ ਉਸ ਦੇ ਘਰ 5 ਤੋਂ ਪੜ੍ਹ ਦੋ, ਸਿੱਧਾ 5 ਤੋਂ ਪੜ੍ਹ ਦੋ। ਤੁਹਾਡਾ ਲੇਲਾ ਬੱਜ ਤੋਂ ਰਹਿਤ, ਤੁਹਾਡਾ ਲੇਲਾ ਬੱਜ ਤੋਂ ਰਹਿਤ ਮਤਲਬ ਉਹਦੇ ਅੰਦਰ ਕੋਈ ਜ਼ਖਮ, ਕੋਈ ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ ਕਿ ਕੋਈ ਉਹਨੂੰ ਉਹਦੇ ਵਿੱਚ ਨੁਕਸ ਕੱਢ ਸਕੇ। ਇਹਦੀ ਤਾਂ ਲੱਤ ਬਾਂਹ ਵਿੰਗੀ ਆ ਜਾਂ ਇਹਦੀ ਅੱਖ ਭੈਂਗੀ ਆ, ਇਹਦਾ ਕੰਨ ਜਾਂ ਕੁਛ ਤਰ੍ਹਾਂ ਕੋਈ ਏਦਾਂ ਦੀ ਗੱਲ ਨਾ ਹੋਵੇ। ਅਤੇ ਇੱਕ ਬਰੇ ਦਾ ਨਾ ਹੋਵੇ। ਇੱਕ ਬਰੇ 14 ਤਰੀਕ ਇਹ ਬਾਅਦ ਦੇ ਵਿੱਚ ਆਈ ਆ। ਹਾਂਜੀ, ਅਤੇ ਇਸਰਾਇਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ। ਇਸਰਾਇਲ ਦੀ ਸਾਰੀ ਮੰਡਲੀ ਸ਼ਾਮ ਨੂੰ 3 ਵਜੇ ਲੇਲੇ ਨੂੰ ਕੱਟਣਾ ਹੈ। 10 ਵਜੇ ਉਹਦਾ ਚੁਣਾਵ ਕਰਨਾ, ਖਰੀਦਣਾ ਹੈ। 4 ਦਿਨ ਉਹਨੂੰ ਆਪਣੇ ਘਰਾਂ ਵਿੱਚ ਰੱਖਣਾ ਹੈ। ਔਰ 14 ਤਰੀਕ ਨੂੰ 3 ਵਜੇ ਦੂਸਰੇ ਪੈਰ ਉਹਨੂੰ ਕੱਟਣਾ ਹੈ, ਉਸ ਲੇਲੇ ਨੂੰ। ਹਾਂਜੀ, ਅਤੇ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਦੇ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਥਾਈ ਅਤੇ ਉਸ ਸੇਰੂ ਉੱਤੇ ਲਾਉਣ। ਉਹ ਜਿਹੜਾ ਪਵਿੱਤਰ ਲੇਲੇ ਦਾ ਲਹੂ ਆ ਉਹਨੂੰ ਇੱਕ ਬਰਤਨ ਦੇ ਵਿੱਚ ਨਿਚੋੜ ਕੇ ਤੁਸੀਂ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਔਰ ਆਪਣੇ ਜਿਹੜੇ ਬੈੱਡ ਆ ਉਹਨਾਂ ਦੇ ਸੇਰੂਆਂ ਦੇ ਉੱਤੇ ਲਗਾਉਣਾ ਹੈ। ਉਹਦਾ ਮਕਸਦ ਇਹ ਸੀਗਾ ਕਿ
ਜਿਹੜਾ ਫਿਰੌਨ ਬਾਦਸ਼ਾਹ ਮੰਨਦਾ ਨਹੀਂ ਸੀ। ਇਹ ਜਦੋਂ ਮੂਸਾ ਵੱਲੋਂ 10ਵੀਂ ਵਬਾ ਆਈ, ਉਹਨੇ ਕਿਹਾ ਵੀ ਇਹ ਹਰ ਘਰ ਦੇ ਵਿੱਚੋਂ, ਮਿਸਰ ਦੇ ਵਿੱਚੋਂ ਮੌਤ ਦਾ ਫਰਿਸ਼ਤਾ ਆਊਗਾ ਔਰ ਹਰ ਘਰ ਦੇ ਵਿੱਚੋਂ ਪਲੋਠਾ ਉੱਥੇ ਮਰੂਗਾ। ਔਰ ਮਿਸਰ ਦਾ ਕੋਈ ਐਸਾ ਘਰ ਨਹੀਂ ਬਚਿਆ ਜਿਨ੍ਹਾਂ ਦੇ ਘਰ ਦੇ ਵਿੱਚੋਂ ਉਹ ਪਲੋਠਾ ਨਹੀਂ ਮਰਿਆ। ਔਰ ਜਿਹੜੇ ਇਸਰਾਇਲੀ ਲੋਕ ਸੀਗੇ ਉਹਨਾਂ ਦੇ ਉੱਤੇ ਉਹ ਬਰਰੇ ਦਾ, ਉਹ ਲੇਲੇ ਦਾ, ਉਹ ਲੈਮ ਦਾ ਲਹੂ ਲਗਾਉਣ ਦਾ ਮਤਲਬ ਇਹ ਸੀ ਕਿ ਜਦੋਂ ਫਰਿਸ਼ਤਾ ਆਊਗਾ ਉਹਨੂੰ ਇਹ ਪਤਾ ਲੱਗ ਜਾਏ ਕਿ ਇਸਰਾਈਲੀਆਂ ਦਾ ਘਰ ਆ। ਔਰ ਮੇਰੇ ਅਜ਼ੀਜ਼ੋ, ਸ਼ੁਰੂ ਤੋਂ ਹੀ ਲੇਲਾ ਜਿਹੜਾ ਆ ਉਹ ਪ੍ਰਭੂ ਯਿਸੂ ਮਸੀਹ ਦੀ ਤਸਵੀਰ ਨੂੰ ਯਾਦ ਕਰਦਾ ਹੈ। ਔਰ ਜਦੋਂ ਆਪਾਂ ਇਸ ਤੋਂ ਪਿੱਛੇ ਚੱਲਦੇ ਹਾਂ, ਜਦੋਂ ਅਬਰਾਹਮ ਨੂੰ ਕਿਹਾ ਗਿਆ ਕਿ ਆਪਣੇ ਪੁੱਤਰ ਨੂੰ ਲੈ ਕੇ ਪਹਾੜ ਦੇ ਉੱਤੇ ਚਲੇ ਜਾਓ, ਔਰ ਉੱਥੇ ਜਾ ਕੇ ਅਬਰਾਹਮ ਨੇ ਆਪਣੇ ਪੁੱਤਰ ਇਸਾਕ ਨੂੰ ਲੈ ਗਿਆ। ਮੂੰਹ ਤੋਂ ਮੋਰੇ ਕੱਪੜੇ ਇਸਾਕ ਨੂੰ ਲੈ ਗਿਆ ਔਰ ਉਹਨੇ ਕਿਹਾ ਕਿ ਲੇਲਾ ਕਿੱਥੇ ਆ। ਇਸਾਕ ਆਪਣੇ ਬਾਪ ਨੂੰ ਪੁੱਛ ਰਿਹਾ, ਜਦ ਕਿ ਉਹਨੇ ਪੂਰੀ ਉਹ ਜਗਵੇਦੀ ਵੀ ਤਿਆਰ ਕਰ ਲਈ ਆ, ਸਭ ਕੁਝ ਕਰ ਲਿਆ। ਇਸਾਕ ਆਪਣੇ ਬਾਪ ਅਬਰਾਹਮ ਨੂੰ ਪੁੱਛ ਰਿਹਾ ਕਿ ਲੇਲਾ ਕਿੱਥੇ ਆ। ਔਰ ਇਹ ਉਹੀ ਲੇਲਾ ਆ ਜਿਹੜਾ ਝਾੜੀਆਂ ਦੇ ਵਿੱਚੋਂ ਨਿਕਲ ਆਇਆ, ਜਿੱਥੇ ਲਿਖਿਆ ਸੀ ਕਿ ਪਰਮੇਸ਼ਵਰ ਇੰਤਜ਼ਾਮੀ ਖੁਦਾ ਹੈ। ਔਰ ਉਹੀ ਲੇਲਾ ਆ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਤਸਵੀਰ ਨੂੰ ਯਾਦ ਕਰਦਾ। ਉਹ ਇੱਕ ਨੈਗੇਟਿਵ ਸੀਗਾ। ਹੁਣ ਆਪਾਂ ਅੱਗੇ ਜਾ ਕੇ ਇਹਦੀ ਪੂਰੀ ਤਸਵੀਰ ਅਗਲੇ ਵਚਨਾਂ ਦੇ ਵਿੱਚ ਪੜਾਂਗੇ। ਔਰ ਥੋੜਾ ਇਸ ਤੋਂ ਅੱਗੇ 13 ਤੋਂ 15 ਵੀ ਪੜ੍ਹ ਲਓ ਜਲਦੀ। ਅਤੇ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ। ਬਸ ਠੀਕ ਆ, ਉਹ ਲੱਗ ਗਿਆ। ਹਾਂਜੀ, ਅੱਗੇ ਤੁਸੀਂ 18 19 ਆਤੇ ਆ ਜਾਓ ਸਿੱਧੇ। ਹਾਂਜੀ, ਪਹਿਲੇ ਮਹੀਨੇ ਦੀ 14ਵੀਂ ਦੀ ਸ਼ਾਮਾਂ ਤੋਂ ਪਹਿਲੇ ਮਹੀਨੇ ਮਤਲਬ 14 ਤਰੀਕ, ਪਹਿਲੇ ਮਹੀਨੇ ਦੀ 14 ਤਰੀਕ ਤੋਂ ਸ਼ਾਮ ਤੋਂ, ਹਾਂਜੀ 21 ਤਰੀਕ ਦੀ ਸ਼ਾਮ ਤੱਕ ਤੁਸੀਂ ਪਤੀਰੀ ਰੋਟੀ ਖਾਓ। 21 ਤਰੀਕ ਸ਼ਾਮ ਤੱਕ ਪਤੀਰੀ ਰੋਟੀ ਖਾਓ, ਮਤਲਬ ਜਿਹਦੇ ਵਿੱਚ ਕੋਈ ਖਮੀਰ ਨਾ ਹੋਵੇ। ਹਾਂਜੀ, 7 ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਖਮੀਰ ਨਾ ਲੱਭੇ। 7 ਦਿਨਾਂ ਤੱਕ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਖਮੀਰ ਨਾ ਲੱਭੇ। ਔਰ ਜਿਹੜਾ ਮੇਰੇ ਅਜ਼ੀਜ਼ੋ ਖਮੀਰ ਆ, ਇਹ ਪਾਪ ਨੂੰ ਜ਼ਾਹਰ ਕਰਦਾ ਹੈ। ਔਰ ਅੱਜ ਸਾਡੇ ਮਨਾਂ ਦੇ ਅੰਦਰ ਕੋਈ ਖਮੀਰ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਜਗਬੇਦੀ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਖੁਦਾ ਦੀ ਹੈਕਲ ਦੇ ਵਿੱਚ ਜਾਣਾ ਹੈ, ਉਸ ਜਗਬੇਦੀ ਤੇ ਮੋਹਰੇ ਜਾਣਾ ਹੈ, ਤਾਂ ਸਾਡੇ ਘਰਾਂ ਦੇ, ਸਾਡੇ ਦਿਲਾਂ ਦੇ ਅੰਦਰ, ਸਾਡੇ ਹੈਕਲ ਦੇ ਅੰਦਰ ਕੋਈ ਖਮੀਰ ਨਹੀਂ ਹੋਣਾ ਚਾਹੀਦਾ, ਕੋਈ ਪਾਪ ਨਹੀਂ ਹੋਣਾ ਚਾਹੀਦਾ। ਹਾਂਜੀ, ਜਿਹੜਾ ਖਮੀਰੀ ਚੀਜ਼ ਖਾਵੇਗਾ ਉਹ ਪ੍ਰਾਣੀ ਇਸਰਾਇਲ ਦੀ ਮੰਡਲੀ ਵਿੱਚੋਂ ਛੇਕਿਆ ਜਾਵੇਗਾ। ਜਿਹੜਾ ਪ੍ਰਾਣੀ ਖਮੀਰ ਖਾਵੇਗਾ ਉਹ ਇਸਰਾਇਲ ਦੀ ਮੰਡਲੀ ਦੇ ਵਿੱਚੋਂ ਬਾਈਕਾਟ ਛੇਕਿਆ ਜਾਵੇਗਾ। ਸੋ ਮੇਰਾ ਮਕਸਦ ਇਹ ਆ ਕਿ ਇਹ ਜਿਹੜੇ 7 ਦਿਨ ਆ, 14 ਤਰੀਕ ਤੋਂ ਲੈ ਕੇ 21 ਤਰੀਕ ਤੱਕ, ਇੱਥੇ ਆਣ ਕੇ ਮੇਰਾ ਜਿਹੜਾ ਧਿਆਨ ਆ, ਇੱਕ ਫੋਕਸ ਬਣ ਗਿਆ ਵੀ ਇਹ ਕਿਸ ਚੀਜ਼ ਨੂੰ ਦਰਸਾਉਂਦੇ ਆ। ਔਰ ਜਿਹੜਾ 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਦੋਂ ਆਪਾਂ ਕਰੀਏ ਤਾਂ ਪੂਰੇ 7 ਦਿਨ ਬਣਦੇ ਆ। ਔਰ ਮੈਂ ਬੜਾ ਇਹਦੇ ਬਾਰੇ ਸੋਚਿਆ ਕਿ 7 ਦਿਨ ਕਿਸ ਚੀਜ਼ ਨੂੰ ਦਰਸਾਉਂਦੇ ਆ। ਔਰ ਇਹ 7 ਦਿਨ ਆ ਜਿਹੜੇ, ਇਹ ਬਹੁਤ ਵੱਡੀ ਇੱਕ ਭਵਿੱਖਬਾਣੀ ਆ, ਕਿਉਂਕਿ 7 ਦਿਨਾਂ ਦਾ ਜਿਹੜਾ ਇਹ ਸਾਡੀ ਨਜਾਤ ਦੇ ਨਾਲ ਸੰਬੰਧ ਰੱਖਦਾ ਹੈ, ਸਾਡੀ ਮੁਕਤੀ ਦੇ ਨਾਲ ਸੰਬੰਧ ਰੱਖਦੀ ਹੈ। ਔਰ 7 ਦਿਨ ਇਹ ਜਿਹੜੇ ਆ, ਇਹਦਾ ਸੰਬੰਧ ਸਾਡੀ ਸਲਵੇਸ਼ਨ ਦੇ ਨਾਲ ਆ, ਇਹਦਾ ਸੰਬੰਧ ਸਾਡੇ ਨਿਸਤਾਰੇ ਦੇ ਨਾਲ ਆ। ਔਰ ਮੇਰੇ ਅਜ਼ੀਜ਼ੋ, ਇਹ 7 ਦਿਨਾਂ ਦੇ ਉੱਤੇ ਮੈਂ ਬਹੁਤ ਜ਼ਿਆਦਾ ਰਿਸਰਚ ਕੀਤੀ, ਕਈਆਂ ਬੰਦਿਆਂ ਨੂੰ ਪੁੱਛਿਆ, ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਔਰ ਇੱਕ ਦਿਨ ਫਿਰ ਇਸ ਤਰ੍ਹਾਂ ਕਰਕੇ ਮੈਂ ਲੱਭਦਾ ਰਿਹਾ ਪੁਆਇੰਟ ਦਾ ਪੁਆਇੰਟ, ਔਰ ਮੈਨੂੰ ਅੱਗੇ ਜਾ ਕੇ ਇਹਦੇ ਪੁਆਇੰਟ ਮਿਲੇ ਕਿ 7 ਦਿਨ ਕਿਸ ਚੀਜ਼ ਕਿਉਂ ਖਾਸ ਆ। ਔਰ ਇਹ 7 ਦਿਨ ਬਹੁਤ ਵੱਡੀ ਇੱਕ ਭਵਿੱਖਬਾਣੀ ਸੀਗੀ। ਔਰ ਇਹ 7 ਦਿਨ ਦਾ ਜਿਹੜੀ ਭਵਿੱਖਬਾਣੀ ਹੈ ਪ੍ਰਭੂ ਯਿਸੂ ਮਸੀਹ ਲਈ ਸੀਗੀ 7 ਦਿਨਾਂ ਦੀ। ਔਰ ਇਹਨੂੰ ਹੁਣ ਆਪਾਂ ਅੱਗੇ ਜਾ ਕੇ ਸਬੂਤ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਲੇਲਾ ਕਿਸ ਚੀਜ਼ ਦੀ ਤਸਵੀਰ ਨੂੰ ਯਾਦ ਕਰਦਾ ਹੈ। ਜਦੋਂ ਆਪਾਂ ਯਹੂਨਾ ਦੀ ਪੱਤਰੀ 1 ਬਾਬ ਦੀ 29 ਆਇਤ ਪੜ੍ਹੀਏ। ਯਹੂਨਾ ਦੀ ਪੱਤਰੀ 1 ਦੀ 29। ਦੂਜੇ ਦਿਨ ਯਿਸੂ ਨੇ ਆਪਣੇ ਵੱਲ ਆਉਂਦਾ ਵੇਖ ਕੇ ਉਸਨੇ ਆਖਿਆ। ਯਹੂਨਾ ਬਪਤਿਸਮਾ ਦੇਣ ਵਾਲਾ ਉਹਦੇ ਬਿਆਨ ਆ ਕਿ ਜਦੋਂ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਵੱਲ ਆਉਂਦੇ ਹੋਏ ਦੇਖਿਆ, ਹਾਂਜੀ, ਵੇਖੋ ਪਰਮੇਸ਼ਰ ਦਾ ਲੇਲਾ
ਜਿਹੜਾ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਹੈ। ਉਹ ਦੇਖੋ ਪਰਮੇਸ਼ਵਰ ਦਾ ਲੇਲਾ, ਸਿਰਫ ਉਹਨੇ ਦੂਰੋਂ ਹੀ ਪ੍ਰਭੂ ਨੂੰ ਦੇਖਿਆ, ਕਹਿੰਦਾ ਉਹ ਦੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਦੁਨੀਆ ਦੇ ਸਾਰੀ ਦੁਨੀਆ ਦੇ ਪਾਪ ਚੁੱਕੀ ਜਾਂਦਾ ਹੈ। ਔਰ ਮੇਰੇ ਅਜ਼ੀਜ਼ੋ ਉਹ ਨੈਗੇਟਿਵ ਸੀਗਾ, ਇਹ ਅਸਲੀ ਰੀਅਲ ਪਿਕਚਰ ਆ ਗਈ ਹੈ। ਲੇਲਾ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦਾ ਹੈ, ਪ੍ਰਭੂ ਯਿਸੂ ਮਸੀਹ ਦੀ ਅਸਲੀ ਤਸਵੀਰ ਹੈ। ਔਰ ਇੱਕ ਵਚਨ ਹੋਰ ਆਪਾਂ ਪੜਾਂਗੇ ਕਿ ਪਹਿਲਾ ਕਰੰਥੀਆਂ 5:7 ਹੈ ਲੇਲੇ ਬਾਰੇ। ਦੋ ਪ੍ਰੂਫ ਤਾਂ ਚਾਹੀਦੇ ਨੇ। ਪੁਰਾਣੇ ਖਮੀਰ ਨੂੰ ਕੱਢ ਸੁੱਟੋ। ਪੁਰਾਣੇ ਖਮੀਰ ਨੂੰ ਆਪਣੇ ਘਰਾਂ ਦੇ ਅੰਦਰੋਂ, ਆਪਣੇ ਦਿਲਾਂ ਦੇ ਅੰਦਰੋਂ, ਆਪਣੇ ਮਨ ਦੀ ਹੈਕਲ ਦੇ ਅੰਦਰੋਂ ਕੱਢ ਸੁੱਟੋ। ਤੇ ਜਿਵੇਂ ਤੁਸੀਂ ਪਤੀਰੇ ਹੋਏ ਹੋ, ਜਿਵੇਂ ਤੁਸੀਂ ਪਤੀਰੇ ਹੋਏ ਹੋ, ਤਿਵੇਂ ਤੁਸੀਂ ਸਜਰੀ ਤੌਣ ਬਣੋ। ਤਿਵੇਂ ਤੁਸੀਂ ਸੱਜਰੀ ਤੌਣ ਬਣਨਾ ਹੈ। ਮੇਰੇ ਜ਼ਿੱਦੋ ਤੁਸੀਂ ਸਾਰਿਆਂ ਨੇ ਸੱਜਰੀ ਤੌਣ ਬਣਨਾ ਹੈ। ਹਾਂਜੀ, ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। ਕਿਉਂ ਜੋ ਸਾਡੇ ਪਸਾਹ ਦਾ ਲੇਲਾ ਅਰਥਾਤ ਮਸੀਹ ਯਿਸੂ ਮੇਰੇ ਤੁਹਾਡੇ ਲਈ ਬਲੀਦਾਨ ਹੋਇਆ ਹੈ। ਹਾਂਜੀ, ਸੋ ਆਓ ਅਸੀਂ ਤਿਉਹਾਰ ਮਨਾਈਏ, ਆਓ ਅਸੀਂ ਇਸ ਪਸਾਹ ਦੇ ਤਿਉਹਾਰ ਨੂੰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਪੁਰਾਣੇ ਖਮੀਰ ਨਾਲ ਨਹੀਂ, ਨਾ ਬਰਿਆਈ, ਨਾ ਬੁਰਾਈ ਨਾਲ, ਦੁਸ਼ਟਪੁਣੇ, ਨਾ ਸਾਡੇ ਮਨਾਂ ਦੇ ਅੰਦਰ ਕੋਈ ਦੁਸ਼ਟਪੁਣਾ ਹੋਣਾ ਚਾਹੀਦਾ ਹੈ, ਖਮੀਰ ਨਾਲ, ਨਾ ਖਮੀਰ ਨਾਲ, ਸਗੋਂ ਨਿਸ਼ਕਪਟਤਾ ਤੇ ਸਚਾਈ ਦੀ ਪਤੀਲੀ ਰੋਟੀ ਨਾਲ। ਸਗੋਂ ਨਿਸ਼ਕਪਟਤਾ ਔਰ ਸੱਚਾਈ ਦੀ ਪਤੀਲੀ ਰੋਟੀ ਦੇ ਨਾਲ। ਔਰ ਮੇਰੇ ਅਜ਼ੀਜ਼ੋ ਅੱਜ ਅਸੀਂ ਇਹ ਵਚਨ ਸੱਚਾਈ ਦੀ ਪਤੀਲੀ ਰੋਟੀ ਦੇ ਨਾਲ ਖਾਣਾ ਹੈ। ਔਰ ਮੇਰੇ ਅਜ਼ੀਜ਼ੋ ਜਦੋਂ ਮੈਂ 7 ਦਿਨਾਂ ਦੇ ਉੱਤੇ ਰਿਸਰਚ ਕਰ ਰਿਹਾ, ਤਕਰੀਬਨ ਮੈਨੂੰ 1 ਮਹੀਨਾ ਲੱਗ ਗਿਆ, ਤੇ ਮੈਂ ਬੜੇ ਲੋਕਾਂ ਨੂੰ ਇੱਧਰੋਂ ਉੱਧਰੋਂ ਪੁੱਛਿਆ, ਮੈਨੂੰ ਕੋਈ ਇਹਦਾ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਇੱਕ ਦਿਨ ਅਚਾਨਕ ਮੈਂ ਪਾਸਟਰ ਡੈਨੀਅਲ ਰਾਜ ਆ ਦਿੱਲੀ ਤੋਂ, ਬੰਬੇ ਤੋਂ, ਉਹ YouTube ਤੇ Facebook ਤੇ ਬਹੁਤ ਪਪੂਲਰ ਆ ਔਰ 5 ਲੱਖ ਉਹਨਾਂ ਦੇ ਤਕਰੀਬਨ ਫਾਲੋਅਰਸ ਆ। ਉਹਨਾਂ ਨੇ ਪੁੱਛਿਆ ਵੀ ਮੈਨੂੰ ਇਹਦੇ ਬਾਰੇ ਕੁਝ ਦੱਸੋ। ਉਹ ਮੈਨੂੰ ਕਹਿਣ ਲੱਗਾ ਕਿ ਮੈਂ ਅਜੇ ਨਹੀਂ ਦੱਸ ਸਕਦਾ। ਤੇ ਮੈਂ ਕਿਹਾ ਫਿਰ ਕਦੋਂ ਦੱਸੋਗੇ? ਕਹਿੰਦਾ ਜਦੋਂ ਮੈਂ ਇਸ ਤੇ ਆਊਂਗਾ ਉਦੋਂ ਮੈਂ ਦੱਸੂਗਾ। ਮੈਂ ਕਿਹਾ ਅੱਛਾ ਜੀ। ਕਹਿੰਦਾ ਤੁਹਾਨੂੰ ਇਹਦੀ ਕੀ ਜ਼ਰੂਰਤ ਹੈ? ਮੈਂ ਕਿਹਾ ਮੈਨੂੰ ਬਹੁਤ ਜ਼ਰੂਰਤ ਹੈ ਇਹਦੀ, ਵੀ ਮੈਨੂੰ ਇਹ 7 ਦਿਨ ਦਾ ਪ੍ਰਕਾਸ਼ਨ ਦੱਸੋ, 14 ਤਰੀਕ ਤੋਂ ਲੈ ਕੇ 21 ਤਰੀਕ ਤੱਕ ਇਹ ਕਿਹੜੀ ਭਵਿੱਖਬਾਣੀ ਆ। ਮੇਰੇ ਅਜ਼ੀਜ਼ੋ ਬਾਈਬਲ ਦੇ ਵਿੱਚ 2600 ਭਵਿੱਖਬਾਣੀਆਂ ਆ ਔਰ ਮੇਰੇ ਦਿਲ ਦੇ ਅੰਦਰ ਇਹ ਜਜ਼ਬਾ ਆ, ਮੇਰੀ ਇਹ ਖੁਆਇਸ਼ ਆ ਕਿ ਮੈਂ 2600 ਭਵਿੱਖਬਾਣੀਆਂ ਨੂੰ ਸਮਝ ਸਕਾਂ, ਮੈਂ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਹੱਲ ਕਰ ਸਕਾਂ। ਔਰ ਜਦੋਂ ਉਹ ਮੈਨੂੰ ਕਹਿੰਦਾ ਕਿ ਤੇਰੇ ਕੋਲ ਕੀ, ਤੂੰ ਕਿਉਂ ਪੁੱਛ ਰਿਹਾ? ਮੈਂ ਕਿਹਾ ਮੈਨੂੰ ਇਹਦਾ ਪ੍ਰਕਾਸ਼ਨ ਚਾਹੀਦਾ। ਤੇ ਮੈਨੂੰ ਕਹਿੰਦਾ ਤੇਰੇ ਕੋਲ ਕੁਛ ਹੈ? ਮੈਂ ਕਿਹਾ ਹੈ, ਤੇ ਪਰ ਮੈਂ ਕਿਹਾ ਮੈਂ ਸਿਰਫ ਤੁਹਾਡੇ ਤੋਂ ਵੈਰੀਫਾਈ ਕਰਨਾ। ਜਦੋਂ ਮੈਂ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ 7 ਦਿਨ ਬਣਦੇ ਆ, ਉਹਨੇ ਮੈਨੂੰ ਕਿਹਾ अरे बाप रे, पंजाब से इतना बड़ा कहाँ प्रकाशन आ गया। आगे से कहता जब भी आपको प्रकाश है तो मुझे जरूर बताना। तो मैं क्या दसो मैंने, ठीक है। उन्होंने कहा यू आर एब्सोल्यूटली राइट। और आओ फिर आप 7 दिन वाल हम चलते हैं कि 7 दिन कितना बनते हैं। जो आप यूहन्ना की किताब 11 बाब की 47 तो 53 पढ़िए, लेले का चुनाव देखिए इधर कितना होता है। हाँ जी, यूहन्ना की पुस्तक 11 बाब। इसलिए प्रधान जाजका ਅਤੇ ਫਰੀਸੀਆਂ ਨੇ ਮਹਾ ਸਭਾ ਇਕੱਠੀ ਕਰਕੇ ਕਿਹਾ। ਉਸ ਸਮੇਂ ਦੇ ਪ੍ਰਧਾਨ ਜਾਜਕਾਂ ਔਰ ਫਰੀਸੀਆਂ ਨੇ ਮਹਾ ਸਭਾ ਨਹੀਂ, ਮਹਾ ਸਭਾ ਮਤਲਬ ਜਿਹਦੇ ਵਿੱਚ ਹਜ਼ਾਰਾਂ ਲੋਕ ਆਏ ਹੋਣਗੇ, ਉਹਨਾਂ ਨੇ ਇਕੱਠੇ ਕਰਕੇ ਆਖਿਆ ਅਸੀਂ ਕੀ ਕਰਦੇ ਹਾਂ, ਅਸੀਂ ਕੀ ਕਰ ਰਹੇ ਹਾਂ। ਕਿਉਂ ਜੋ ਇਹ ਮਨੁੱਖ ਬਹੁਤ ਰਿਸ਼ਾਦ ਵਿਖਾਉਂਦਾ ਹੈ। ਕਿਉਂ ਜੋ ਪ੍ਰਭੂ ਯਿਸੂ ਮਸੀਹ ਅੱਜ ਕੱਲ੍ਹ ਬਹੁਤ ਜ਼ਿਆਦਾ ਚਮਤਕਾਰ ਕਰ ਰਿਹਾ, ਬਹੁਤ ਜ਼ਿਆਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਰਦੇ ਜਿੰਦਾ ਹੁੰਦੇ ਹਨ, ਲੰਗੜੇ ਚੱਲਦੇ ਹਨ, ਅੰਨੇ ਦੇਖਦੇ ਹਨ, ਭੂਤ ਨਿਕਲਦੇ ਹਨ, ਬਹੁਤ ਵੱਡਾ ਮਤਲਬ ਜਲਾਲ ਦੇ ਕੰਮ ਹੋ ਰਹੇ ਆ। ਔਰ ਉਹ ਦਿਨੋਂ ਦਿਨ ਜਿਹੜੇ ਉਸ ਸਮੇਂ ਦੇ ਫੱਕੀ ਫਰੀਸੀ ਸੀ, ਕਿਉਂਕਿ ਉਹਨਾਂ ਦਾ ਕੰਮ ਬੰਦ ਹੁੰਦਾ ਜਾਂਦਾ ਸੀਗਾ, ਉਹਨਾਂ ਦੀਆਂ ਜਿਹੜਾ ਦੁਕਾਨਦਾਰੀਆਂ ਉਹਨਾਂ ਦੀਆਂ ਬੰਦ ਹੋ ਜਾ ਰਹੀਆਂ ਸੀ। ਔਰ ਇਸ ਕਰਕੇ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਦਿਨ ਪਰ ਦਿਨ ਜੈਲਸ ਕਰਦੇ ਰਹਿੰਦੇ ਸੀ ਔਰ ਹਰ ਰੋਜ਼ ਉਹਦਾ ਕੋਈ ਨਾ ਕੋਈ ਪੁਆਇੰਟ ਲੱਭਦੇ ਸੀ ਕਿ ਕਿਹੜੇ ਪੁਆਇੰਟ ਨਾਲ ਪ੍ਰਭੂ ਯਿਸੂ ਮਸੀਹ ਨੂੰ ਫੜਿਆ ਜਾਏ। ਹਾਂਜੀ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ ਜੀ, ਜੇ ਅਸੀਂ ਉਹਨੂੰ ਐਵੇਂ ਛੱਡ ਦਈਏ ਤਾਂ ਸਭ ਉਸ ਤੇ ਨੀਚਾ ਕਰਨਗੇ। ਜੇ ਅਗਰ ਕਹਿੰਦਾ ਉਹਨੂੰ ਇਦਾਂ ਹੀ ਛੱਡ ਦਿੱਤਾ ਤਾਂ ਸਾਰੇ ਲੋਕ ਤਾਂ ਉਹਨਾਂ ਦੇ ਮਗਰ ਲੱਗ ਜਾਣਾ, ਸਾਰੀ ਦੁਨੀਆ ਹੀ ਉਹਦੇ ਮਗਰ ਨੀਚਾ ਕਰਨ ਲੱਗ ਜਾਊਗੀ ਔਰ ਸਾਡਾ ਤਾਂ ਸਭ ਕੁਝ ਬੰਦ ਹੋ ਜਾਣਾ, ਸਾਡੀ ਦੁਕਾਨਦਾਰੀ ਬੰਦ ਹੋ ਜਾਣਾ, ਸਾਨੂੰ ਕਿਸੇ ਨੇ ਘਰ ਨਹੀਂ ਬੁਲਾਉਣਾ, ਸਾਡਾ ਮਾਣ ਇੱਜ਼ਤ, ਸਾਡਾ ਸਟੇਟਸ ਸਾਰਾ ਕੁਝ ਖਤਮ ਹੋ ਜਾਣਾ। ਹਾਂਜੀ, ਅਤੇ ਰੋਮੀ ਆ ਜਾਣਗੇ। ਫੇਰ ਕਹਿੰਦਾ ਰੋਮੀ ਆ ਜਾਣਗੇ।
ਅਤੇ ਨਾਲੇ ਸਾਡੀ ਜਗ੍ਹਾ ਔਰ ਨਾਲੇ ਸਾਡੀ ਕੌਮਾਂ ਵੀ ਲੈ ਲੈਣਗੇ। ਉਹ ਕਹਿੰਦਾ ਸਾਡੀ ਜਗ੍ਹਾ ਵੀ ਲੈ ਲੈਣਗੇ ਔਰ ਸਾਡੀ ਕੌਮ ਨੂੰ ਵੀ ਉਹਨਾਂ ਨੇ ਆਪਣੇ ਮਗਰ ਲਗਾ ਲੈਣਾ ਹੈ। ਹਾਂਜੀ ਅੱਗੇ। ਔਰ ਉਹਨਾਂ ਵਿੱਚੋਂ ਕਿਆਫਾ ਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ। ਉਸ ਸਮੇਂ ਜਿਹੜਾ ਕੈਫਾ, ਉਸ ਸਮੇਂ ਉਹ ਸਾਲ ਦੇ ਅੰਦਰ ਉਹ ਮਹਾਜਾਜਕ ਸੀ ਉੱਥੇ। ਹਾਂਜੀ। ਉਹਨਾਂ ਨੂੰ ਆਖਿਆ ਤੁਸੀਂ ਕੁਝ ਨਹੀਂ ਜਾਣਦੇ, ਤੁਸੀਂ ਕੁਝ ਨਹੀਂ ਜਾਣਦੇ ਅਤੇ ਨਹੀਂ ਸੋਚਦੇ, ਕੁਝ ਨਹੀਂ ਸਮਝਦੇ, ਨਹੀਂ ਸੋਚਦੇ ਹੋ ਬਈ ਤੁਹਾਡੇ ਲਈ ਇਹੋ ਚੰਗਾ ਹੈ। ਕਹਿੰਦਾ ਤੁਹਾਡੇ ਲਈ ਇਹ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ। ਇੱਕ ਮਨੁੱਖ ਲੋਕਾਂ ਦੇ ਬਦਲੇ ਮਰ ਜਾਵੇ। ਮਤਲਬ ਇੱਥੇ ਲੇਲੇ ਦਾ ਚੁਣਾਵ ਹੋ ਰਿਹਾ। ਉੱਥੇ ਦੇ ਮਹਾਜਾਜਕ ਨੇ ਕਹਿ ਦਿੱਤਾ ਵੀ ਇਹ ਬਿਹਤਰ ਆ ਵੀ ਇਹ ਇੱਕੋ ਇਨਸਾਨ ਨੂੰ ਇਹਨੂੰ ਮਾਰ ਦਿੱਤਾ ਜਾਵੇ। ਹਾਂਜੀ। ਨਾ ਕਿ ਸਾਰੀ ਕੌਮ ਦਾ ਨਾਸ਼ ਹੋਵੇ। ਨਾ ਕਿ ਸਾਰੀ ਕੌਮ ਦਾ ਨਾਸ਼ ਹੋਵੇ। ਹਾਂਜੀ। ਮਤਲਬ ਇੱਥੇ ਲੇਲੇ ਦਾ ਚੁਣਾਵ ਹੋ ਗਿਆ ਹੈ। ਪਰ ਇਹ ਉਸਨੇ ਆਪਣੀ ਪਰੋ ਨਹੀਂ ਕਿਹਾ, ਪਰ ਇਹ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਜੀ, ਅਗਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ। ਉਹਨੇ ਕਹਿੰਦਾ ਆਪਣੀ ਵੱਲੋਂ ਨਹੀਂ ਕਿਹਾ, ਉਹਨੂੰ ਅਗਮ ਗਿਆਨ ਹੋਇਆ, ਉਹਨੂੰ ਇੱਕ ਪ੍ਰੋਫੈਸੀ ਹੋਈ ਆ ਵੀ ਪ੍ਰਭੂ ਯਿਸੂ ਮਸੀਹ ਨੇ ਮਰਨਾ ਹੈ। ਹਾਂਜੀ। ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਜੀ, ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ਵਰ ਦੇ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆ ਕਰਕੇ ਇੱਕੋ ਬਣਾਵੇ। ਕਹਿੰਦਾ ਉਹ ਜਿੰਨੇ ਸਾਰੇ ਪਰਮੇਸ਼ਵਰ ਦੇ ਬਾਲਕ ਹੈ ਨਾ, ਖਿੰਡੇ ਹੋਏ ਮਤਲਬ ਖਿਲਰੇ ਪੱਤਰੇ ਹੋਏ, ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰੇ। ਹਾਂਜੀ। ਸੋ ਉਹਨਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਬਈ ਉਸ ਨੂੰ ਜਾਨੋਂ ਮਾਰਨ। ਉਸ ਦਿਨ ਤੋਂ ਉਹਨਾਂ ਨੇ ਮਤਾ ਪਕਾ ਲਿਆ, ਪਲਾਨਿੰਗ ਕਰ ਲਈ ਕਿ ਪ੍ਰਭੂ ਯਿਸੂ ਮਸੀਹ ਨੂੰ ਮਾਰ ਹੀ ਦੇਣਾ, ਹੁਣ ਛੱਡਣਾ ਹੀ ਨਹੀਂ ਕਹਿੰਦੇ ਇਹਨੂੰ। ਔਰ ਮੇਰੇ ਅਜ਼ੀਜ਼ੋ, ਹੁਣ ਆਪਾਂ ਚੱਲਦੇ ਆ ਉਹਨਾਂ 7 ਦਿਨਾਂ ਦੇ ਵੱਲ। ਔਰ ਜਿਹੜਾ ਜਿੱਦਾਂ ਆਪਾਂ ਦੇਖਦੇ ਆ ਕਿ ਜਿਹੜਾ ਫਸਾਦ ਦਾ ਮੇਮਨਾ ਆ 10 ਤਰੀਕ ਨੂੰ ਉਹਦਾ ਚੁਣਾਵ ਕੀਤਾ ਗਿਆ। ਔਰ ਇਧਰਲੇ ਪਾਸੇ ਯਹੂਨਾ 11 ਬਾਬ ਦੀ 47 ਤੋਂ 53 ਦੇ ਵਿੱਚ ਪੜਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਨੇ ਮਤਾ ਪਕਾ ਲਿਆ ਕਿ ਉਹਦਾ ਚੁਣਾਵ ਹੋ ਚੁੱਕਾ, ਕਿ ਉਹਨੂੰ ਮਾਰਨਾ ਹੀ ਹੈ। ਔਰ ਉਧਰਲੇ ਪਾਸੇ 14 ਤਰੀਕ ਨੂੰ ਉਹਦਾ ਬਲੀਦਾਨ ਕੀਤਾ ਜਾਂਦਾ ਹੈ ਲੇਲੇ ਦਾ। ਇੱਧਰ ਆਪਾਂ ਦੇਖਦੇ ਆ ਕਿ ਹੁਣ ਪਹਿਲੇ ਦਿਨ, ਜਿਹੜਾ ਪਹਿਲਾ ਦਿਨ ਆ, ਉਹ ਕਿਸ ਚੀਜ਼ ਨੂੰ ਦਰਸਾਉਂਦਾ? ਵਿਜੇ ਪ੍ਰਵੇਸ਼ ਕਰਦਾ ਪ੍ਰਭੂ ਯਿਸੂ ਮਸੀਹ। ਜਦੋਂ ਯਹੂਨਾ ਦੀ ਪੁਸਤਕ 12 ਬਾਬ ਦੇ 13 ਤੋਂ 15 ਐਤ ਪੜ੍ਹਦੇ ਆ। ਸਿਉਨ ਦੀ ਬੇਟੀ ਨਾ ਡਰ। ਸੋ 12 ਬਾਬ ਦੇ 13 ਤੋਂ 15। ਹਾਂਜੀ। ਯਰੂਸ਼ਲਮ ਨੂੰ ਆਉਂਦਾ ਹੈ, ਉਹ ਯਰੂਸ਼ਲਮ ਨੂੰ ਆਉਂਦਾ ਹੈ, ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹਦੇ ਮਿਲਣ ਨੂੰ ਨਿਕਲੇ, ਖਜੂਰਾਂ ਦੀਆਂ ਟਾਹਣੀਆਂ ਲੈ ਕੇ ਉਹਦੇ ਮਿਲਣ ਨੂੰ ਨਿਕਲੇ, ਅਤੇ ਉੱਚੀ ਦਿੱਤੀ ਬੋਲਣ ਲੱਗੇ। ਉਹ ਉੱਚੀ ਉੱਚੀ ਬੋਲਣ ਲੱਗੇ, ਹੋਸਨਾ, ਹੋਸਨਾ, ਧੰਨ ਉਹ ਜਿਹੜਾ ਧੰਨ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਜਿਹੜਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਉੱਤੇ ਆਉਂਦਾ ਹੈ, ਅਤੇ ਇਸਰਾਇਲ ਦਾ ਪਾਤਸ਼ਾਹ ਹੈ। ਇਜ਼ਰਾਈਲ ਦਾ ਪਾਤਸ਼ਾਹ ਹੈ। ਅਤੇ ਯਿਸੂ ਨੇ ਇੱਕ ਗਧੀ ਦਾ ਬੱਚਾ ਪਾਇਆ, ਯਿਸੂ ਮਸੀਹ ਨੇ ਗਧੀ ਦਾ ਬੱਚਾ ਲਿਆ, ਅਤੇ ਉਸ ਉੱਤੇ ਸਵਾਰ ਹੋਇਆ, ਉਸ ਉੱਤੇ ਸਵਾਰ ਹੋਇਆ, ਜਿਵੇਂ ਲਿਖਿਆ ਹੋਇਆ ਹੈ, ਜਿਵੇਂ ਲਿਖਿਆ ਹੋਇਆ ਹੈ, ਸਿਯੋਨ ਦੀ ਬੇਟੀ ਨਾ ਡਰ, ਸਿਯੋਨ ਦੀ ਬੇਟੀ ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਦੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ। ਆਉਂਦਾ ਹੈ। ਮੇਰੇ ਅਜ਼ੀਜ਼ੋ, ਇਹ ਪਹਿਲਾ ਦਿਨ ਆ, ਪਾਮ ਸੰਡੇ ਜਿਹਨੂੰ ਆਪਾਂ ਕਹਿੰਦੇ। ਔਰ ਇਹਨੂੰ ਉਸ ਸਮੇਂ ਦੀ ਲੈਂਗੁਏਜ ਦੇ ਵਿੱਚ ਹੈਬਰੂ ਦੇ ਵਿੱਚ ਕਿਹਾ ਗਿਆ ਕਿ ਬਾਰੂਕ ਹਬਾ ਬਿਸ਼ਮੇ ਅਦਨੋਏ। ਔਰ ਦੇਖਿਓ ਕਹਿੰਦਾ ਕਿ ਦਾਨਿਆ ਉਹ ਪਰਮੇਸ਼ਵਰ ਜਿਹੜਾ ਆਉਂਦਾ ਹੈ। ਔਰ ਇਹ ਪਹਿਲਾ ਦਿਨ ਆ, ਫਸਾ ਵਿਜੇ ਪ੍ਰਵੇਸ਼ ਕੀਤਾ ਉਹਨੇ। ਔਰ ਦੂਸਰੇ ਦਿਨ ਜਦੋਂ ਆਪਾਂ ਪੜ੍ਹਦੇ ਆ ਲੂਕਾ ਦੀ ਪੁਸਤਕ 22 ਬਾਬ ਦੇ 3 ਤੋਂ 6 ਹੈ। ਲੂਕਾ ਦੀ ਪੁਸਤਕ, ਐਤਵਾਰ ਦਾ ਦਿਨ ਬੀਤ ਗਿਆ, ਦੂਸਰਾ ਦਿਨ ਸ਼ੁਰੂ ਹੋ ਗਿਆ ਸੋਮਵਾਰ, ਮੰਡੇ। ਲੂਕਾ ਦੀ ਪੁਸਤਕ 22 ਬਾਬ। ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਤਦ ਜਿਹੜਾ ਸ਼ੈਤਾਨ ਸੀ ਯਹੂਦਾ ਇਸਕਰੀਤੀ ਵਿੱਚ ਸਮਾ ਗਿਆ। ਹਾਂ, ਜਿਹੜਾ ਯਹੂਦਾ ਇਸਕਰੀਤੀ ਕਰਕੇ ਖਾਉਂਦਾ ਹੈ, ਜੀ। ਅਤੇ ਉਹ ਉਹਨਾਂ 12 ਦੀ ਗਿਣਤੀ ਵਿੱਚ ਸੀ। ਅਤੇ ਉਸਨੇ ਜਾ ਕੇ ਪ੍ਰਧਾਨ ਜਾਚਕਾਂ ਤੇ ਸਰਦਾਰਾਂ ਦੇ ਨਾਲ ਮਤਾ ਪਕਾਇਆ ਜੋ ਉਹਨੂੰ ਉਹਨਾਂ ਦੇ ਹੱਥਾਂ ਕਿਸ ਤਰ੍ਹਾਂ ਫੜਵਾ ਦੇਵੇ। ਉਹਨੇ ਜਾ ਕੇ ਮਤਾ ਪਕਾ ਲਿਆ, ਉਹਦਾ ਹੀ ਚੇਲਾ ਪ੍ਰਭੂ ਯਿਸੂ ਮਸੀਹ ਦਾ ਇੱਕ 12 ਦੇ ਵਿੱਚੋਂ ਇੱਕ ਚੇਲਾ ਯਹੂਦਾ ਇਸਕਰੀਤੀ, ਉਹਦੇ ਅੰਦਰ ਸ਼ੈਤਾਨ ਸਮਾ ਗਿਆ ਔਰ ਉਹਨੇ ਜਾ ਕੇ ਮਤਾ ਪਕਾਇਆ। ਹਾਂਜੀ, ਅੱਗੇ। ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਕਰਾਰ ਕੀਤਾ। 30 ਸਿੱਕਿਆਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਮੁੱਲ ਪਾਇਆ ਗਿਆ।
और मेरे जो लेले का चुनाव हो गया ਉਹਦਾ ਮੁੱਲ ਪਾਇਆ ਗਿਆ है। दूसरे दिन और तीसरे दिन ਆਪਾਂ ਕੀ ਦੇਖਦੇ ਹਾਂ कि मंगलवार शाम ਨੂੰ प्रभु यीशु मसीह अपने चेलियां ਨੂੰ ਕਹਿੰਦਾ कि मेरे लिए फसाह तैयार करो ਤਾਂ ਜੋ ਆਪਾਂ फसाह ਦਾ ਤਿਆਰ ਕਰੀਏ। और ये 26 मत्ती रसूल की किताब 26 ਦੀ 17 ਤੋਂ पढ़िए। पहला दिन विजय प्रवेश, दूसरे दिन कीमत अदा की गई, तीसरे दिन फसाह ਦਾ ਤਿਉਹਾਰ प्रभु यीशु मसीह अपने चेलियां ਦੇ ਨਾਲ ਮਨਾਉਣ ਨੂੰ ਕਹਿੰਦਾ ਹੈ। ਪਤੀਲੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਪਤੀਲੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਯਿਸੂ ਮਸੀਹ ਦੇ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਦੇ ਪ੍ਰਸਾਦ ਤਿਆਰ ਕਰੀਏ। ਜੋ ਅਸੀਂ ਤੇਰੇ ਲਈ ਫਸਾਹ ਤਿਆਰ ਕਰੀਏ। ਹਾਂਜੀ, ਤਾਂ ਉਹਨੇ ਕਿਹਾ ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹ ਸ਼ਹਿਰ ਦੇ ਫਲਾਣੇ ਬੰਦੇ ਦੇ ਕੋਲ ਜਾ ਕੇ ਉਹਨੂੰ ਕਹੋ ਭਾਈ ਗੁਰੂ ਆਖਦਾ ਹੈ, ਗੁਰੂ ਜੀ ਆਖਦੇ ਹਨ ਮੇਰਾ ਬੇਟਾ ਨੇੜੇ ਆ ਗਿਆ ਹੈ, ਮੇਰਾ ਬੇਲਾ ਨੇੜੇ ਆ ਗਿਆ ਹੈ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਫਸਾਹ ਦਾ ਤਿਉਹਾਰ ਕਰਾਂਗਾ। ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਦੇ ਵਿੱਚ ਫਸਾਹ ਦਾ ਤਿਉਹਾਰ ਮਨਾਵਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਆਖਿਆ ਜੀ, ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਜਿੱਦਾਂ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਅਤੇ ਫਸਾਹ ਤਿਆਰ ਕੀਤੀ। ਫਸਾਹ ਤਿਆਰ ਕੀਤੀ। ਜਦ ਸਾਂਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ। ਜਦੋਂ ਸ਼ਾਮ ਹੋਈ ਤਾਂ ਪ੍ਰਭੂ ਯਿਸੂ ਮਸੀਹ ਆਪਣੇ 12 ਚੇਲਿਆਂ ਦੇ ਨਾਲ ਬੈਠਾ ਖਾ ਰਿਹਾ ਸੀ। ਔਰ ਜਦੋਂ ਖਾ ਰਹੇ ਸਨ ਜਦੋਂ ਖਾ ਰਹੇ ਸਨ ਤਾਂ ਉਸਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਪ੍ਰਭੂ ਯਿਸੂ ਮਸੀਹ ਕਹਿੰਦਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। ਉਹਦਾ ਨਾਮ ਹੈ ਯਹੂਦਾ ਇਸਕਰੀਤੀ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ। ਔਰ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਦੇ ਨਾਲ ਫਸਾਹ ਦਾ ਤਿਉਹਾਰ ਮਨਾਇਆ। ਔਰ ਉਸੇ ਰਾਤ ਸ਼ਾਮ ਨੂੰ ਰਾਤ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਬਾਗ ਦੇ ਵਿੱਚ ਚਲਾ ਗਿਆ ਔਰ ਸਾਰੀ ਰਾਤ ਉੱਥੇ ਪ੍ਰਾਰਥਨਾ ਕਰਦਾ ਰਿਹਾ। ਔਰ ਚੇਲਿਆਂ ਨੂੰ ਕਿਹਾ ਕਿ ਤੁਸੀਂ ਇੱਥੇ ਅਟਕੋ, ਪ੍ਰਾਰਥਨਾ ਕਰੋ ਤੇ ਮੈਂ ਜਾ ਕੇ ਗਤਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਕਰਦਾ ਹਾਂ। ਔਰ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਉੱਥੇ ਪਸੀਨਾ ਸੀ ਉਹ ਖੂਨ ਬਣ ਗਿਆ। ਇੰਨੇ ਜੋਸ਼ ਦੇ ਨਾਲ, ਇੰਨੇ ਜਨੂਨ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ ਔਰ ਕਿਹਾ ਕਿ ਹੇ ਪਿਤਾ, ਜਦੋਂ ਜਿਸਮ 'ਚ ਸੀਗਾ ਤਾਂ ਉਹਨੂੰ ਥੋੜਾ ਜਿਹਾ ਇੱਦਾਂ ਘਬਰਾਇਆ ਵੀ ਇਹ ਤਾਂ ਬਹੁਤ ਮੁਸ਼ਕਲ ਕੰਮ ਹੈ, ਲੇਕਿਨ ਕਿਹਾ ਕਿ ਜਦੋਂ ਆਤਮਾ ਵਿੱਚ ਬੋਲਿਆ ਸਟਰੋਂਗ ਹੋ ਕੇ ਕਿ ਹੇ ਪਿਤਾ, ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਔਰ ਉਹਨੇ ਕਿਹਾ ਕਿ ਜੇ ਮੈਨੂੰ ਪਿਆਲਾ ਪੀਣਾ ਪਊਗਾ ਤਾਂ ਮੈਂ ਜ਼ਰੂਰ ਪੀਣ ਲਈ ਤਿਆਰ ਹਾਂ। ਔਰ ਉਸੇ ਰਾਤ ਪ੍ਰਭੂ ਯਿਸੂ ਮਸੀਹ ਸਾਰੀ ਰਾਤ ਪ੍ਰਾਰਥਨਾ ਉੱਥੇ ਕਰਦਾ ਰਿਹਾ ਗਤਸਮਨੀ ਬਾਗ ਦੇ ਵਿੱਚ। ਔਰ ਚੇਲਿਆਂ ਨੇ, ਉਹਨਾਂ ਨੂੰ ਨੀਂਦ ਆਈ ਪਈ ਸੀ। ਉਹ 2-3 ਵਾਰੀ ਆਣ ਕੇ ਉਹਨੇ ਚੈੱਕ ਕੀਤਾ, ਉਹ ਸਾਰੇ ਚੇਲੇ ਸੁੱਤੇ ਹੋਏ ਸੀ। ਔਰ ਉਹ ਕਹਿੰਦਾ ਕਿ ਉਹ ਜਾਗੋ, ਪ੍ਰਾਰਥਨਾ ਕਰਦੇ ਰਹੋ ਔਰ ਫਿਰ ਪਰਤਾਵੇ ਵਿੱਚ ਨਾ ਪਾਓ। ਔਰ ਜਦੋਂ ਆਪਾਂ ਇਹਨੂੰ 26 ਬਾਬ ਤੋਂ 57 ਤੋਂ 59 ਤੱਕ ਪੜ੍ਹਦੇ ਹਾਂ, ਜਦੋਂ ਖਾ ਰਹੇ ਸਨ ਅੱਜ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ। ਨਹੀਂ 57 ਤੋਂ 59, ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ, ਜਿਨ੍ਹਾਂ ਨੇ ਯਿਸੂ ਮਸੀਹ ਨੂੰ ਫੜਿਆ ਸੀ, ਸੋ ਸਰਦਾਰ ਜਾਜਕ ਕਿਆਫਾ ਦੇ ਕੋਲ, ਜਿੱਥੇ ਗ੍ਰੰਥੀ ਔਰ ਬਜ਼ੁਰਗ ਇਕੱਠੇ ਹੋਏ ਸਨ। ਉਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਜਿਹੜਾ ਮਹਾਜਾਜਕ ਸੀਗਾ, ਕੈਫਾ ਨਾਮ ਸੀ ਉਹਦਾ, ਔਰ ਉਹਨੇ ਇੱਕ ਮਹਾਸਭਾ ਬੁਲਾਈ ਹੋਈ ਸੀ ਔਰ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਪਏ ਸੀ। ਹਾਂਜੀ, ਉਹਨੂੰ ਲੈ ਗਏ ਅਤੇ ਪਤਰਸ ਕੁਝ ਵਿੱਥ ਨਾਲ ਉਹਦੇ ਪਿੱਛੇ ਸਰਦਾਰ ਜਾਜਕਾਂ ਦੇ ਵਿਹੜੇ ਦੀ ਚਲਿਆ ਗਿਆ। ਬਸ ਇੰਨਾ ਕਿ ਉਹਨੂੰ ਕੈਫਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਮਹਾਜਾਜਕ ਦੇ ਸਾਹਮਣੇ। ਔਰ ਉਹਨਾਂ ਨੇ ਕਿਹਾ ਕਿ ਫਿਰ ਕੈਫਾ ਨੇ ਕਿਹਾ ਵੀ ਕਿਉਂ ਨਾ ਆਪਾਂ ਇਹਨੂੰ ਇੱਕ ਪੈਂਤੁਸ ਪਿਲਾਤੂਸ ਦੇ ਕੋਲ ਲੈ ਚਲੀਏ। ਔਰ ਦੂਸਰੇ, ਇਹ ਮੰਗਲਵਾਰ ਦੀ ਗੱਲ ਆ, ਬੁੱਧਵਾਰ ਨੂੰ ਸਵੇਰੇ ਉਹਨੂੰ ਪੈਂਤੁਸ ਪਿਲਾਤੂਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰ ਮਤੀ ਰਸੂਲ ਦੀ ਕਿਤਾਬ 27 ਬਾਬ ਦੀ 1 ਤੋਂ ਪੜ੍ਹੀਓ। ਜਾਂ ਸਵੇਰ ਹੋਈ ਮਤਲਬ ਸਾਰੀ ਰਾਤ ਪ੍ਰਭੂ ਯਿਸੂ ਮਸੀਹ ਗਤਸਮਨੀ ਬਾਗ 'ਚ ਪ੍ਰਾਰਥਨਾ ਕਰਦਾ ਰਿਹਾ। ਫਿਰ ਉਹਨੂੰ ਫੜਵਾਇਆ ਗਿਆ, ਮਤਲਬ ਤੜਕੇ ਪਹਿਲੇ ਪੈਰ, ਔਰ ਉਹ ਕੈਫਾ ਦੇ ਘਰ ਲੈ ਗਏ। ਕੈਫਾ ਦੇ ਘਰ ਦੇ ਵਿੱਚ ਉੱਥੇ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਵੀ ਕਿਉਂ ਨਾ ਇਹਨੂੰ ਉੱਥੇ ਪੈਂਤੁਸ ਪਿਲਾਤੂਸ ਦੇ ਕੋਲ ਲਿਜਾਇਆ ਜਾਵੇ, ਮਤਲਬ ਉਹ ਦੂਸਰਾ ਦਿਨ ਸਵੇਰੇ, ਹਾਂਜੀ ਬੁੱਧਵਾਰ ਦੀ ਸਵੇਰ। ਹਾਂਜੀ, ਤਾਂ ਸਾਰੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ, ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਮਤਾ ਪਕਾਇਆ ਜੋ ਉਹਨੂੰ ਜਾਨੋਂ ਮਾਰ ਸੁੱਟਣ। ਹਾਂਜੀ,
ਅਤੇ ਉਹਨੂੰ ਬੰਨ ਕੇ ਲੈ ਗਏ ਉਹਨੂੰ ਬੰਨ ਕੇ ਪੈਂਤੁਸ ਪਿਲਾਤੁਸ ਦੇ ਕੋਲ ਲੈ ਗਏ ਔਰ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ। ਉਹਨੂੰ ਪਿਲਾਤੁਸ ਦੇ ਹਾਕਮ ਦੇ ਉਸ ਸਮੇਂ ਦੇ ਹਾਕਮ ਦੇ ਹਵਾਲੇ ਕਰ ਦਿੱਤਾ। ਤਾਂ ਯਹੂਦਾ ਜਿਹਨੇ ਉਸ ਨੂੰ ਫੜਵਾਇਆ ਸੀ ਬਸ ਉਹਦੇ ਵੱਲ ਨਹੀਂ ਜਾਣਾ। ਸੋ ਮਤਲਬ ਕਹਿਣ ਦਾ ਕਿ ਪੈਂਤੁਸ ਪਿਲਾਤੁਸ ਦੇ ਕੋਲ ਉਹਨੂੰ ਅੱਗੇ ਉਹਦੇ ਪੇਸ਼ ਕੀਤਾ ਗਿਆ ਔਰ ਪੈਂਤੁਸ ਪਿਲਾਤੁਸ ਦੀ ਜਿਹੜੇ ਘਰ ਵਾਲੀ ਸੀਗੀ ਉਹਨੂੰ ਰਾਤ ਨੂੰ ਸੁਪਨਾ ਆ ਜਾਂਦਾ ਵੀ ਇਹ ਬਹੁਤ ਇੱਕ ਧਰਮੀ ਇਨਸਾਨ ਆ, ਖੁਦਾ ਦਾ ਪ੍ਰਭੂ ਯਿਸੂ ਮਸੀਹ ਇੱਕ ਯਹੋਵਾ ਪਰਮੇਸ਼ਰ ਦਾ ਬੇਟਾ ਆ। ਕਹਿੰਦੇ ਉਹਨੂੰ ਤੂੰ ਕੁਛ ਨਹੀਂ ਕਹਿਣਾ। ਔਰ ਪੈਂਤੁਸ ਪਿਲਾਤੁਸ ਨੇ ਆਪਣੇ ਹੱਥ ਜਿਹੜੇ ਆ ਪਾਣੀ ਦੇ ਨਾਲ ਧੋ ਲਿਆ। ਉਹ ਕਹਿੰਦਾ ਮੈਂ ਇਹਦੇ ਵਿੱਚ ਕੋਈ ਨੁਕਸ ਨਹੀਂ ਦੇਖਦਾ। ਗਵਾਹੀਆਂ ਹੋਈਆਂ ਉਹਨੇ ਕਿਹਾ ਕਿ ਮੈਂ ਇਹਦੇ ਵਿੱਚ ਕੋਈ ਨੁਕਸ ਨਹੀਂ ਦੇਖਦਾ, ਮੈਨੂੰ ਇਹਦੇ ਵਿੱਚ ਕੋਈ ਪਾਪ ਨਜ਼ਰ ਨਹੀਂ ਆਉਂਦਾ। ਔਰ ਉਹਨੇ ਕਿਹਾ ਕਿ ਮੈਂ ਆਪਣੇ ਹੱਥ ਜਿਹੜੇ ਆ ਮੈਂ ਇਹਦੇ ਖੂਨ ਤੋਂ ਬਰੀ ਆ। ਉਹਨੇ ਆਪਣੇ ਹੱਥ ਜਿਹੜੇ ਪਾਣੀ ਨਾਲ ਧੋ ਲਏ। ਔਰ ਜਿਹੜੇ ਯਹੂਦੀ ਕੌਮ ਵਿਗੜੀ ਪਈ ਸੀ ਔਰ ਉਸ ਸਮੇਂ ਉਹਦੇ ਨਾਲ ਦੋ ਡਾਕੂ ਵੀ ਸੀਗੇ, ਬਰੱਬਾ ਔਰ ਡਿਮਾਕੁਸ। ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਨੂੰ ਛੱਡ ਦਿਓ ਪਰ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦਿਓ। ਔਰ 27 ਬਾਬ ਦੀ 36 ਜਦੋਂ ਆਪਾਂ ਪੜ੍ਹਦੇ ਉਹ ਕਹਿੰਦੇ ਆ ਕਿ ਇਹਦਾ ਖੂਨ, ਜਦੋਂ ਪੈਂਤੁਸ ਪਿਲਾਤੁਸ ਨੇ ਕਿਹਾ ਕਿ ਮੈਂ ਇਹਦੇ ਖੂਨ ਤੋਂ ਬਰੀ, ਉਹ ਕਹਿੰਦੇ ਇਹਦਾ ਖੂਨ ਸਾਡੇ ਸਿਰ ਔਰ ਸਾਡੇ ਅੰਸ਼ ਆਉਣ ਵਾਲੇ ਅੰਸ਼ ਦੇ ਸਿਰ ਤੇ ਪਵੇ, ਪਰ ਇਹਨੂੰ ਇੱਕ ਵਾਰ ਸਲੀਬੀ ਮੌਤ ਦਿਓ। ਔਰ ਪ੍ਰਭੂ ਯਿਸੂ ਮਸੀਹ ਦਾ ਤਾਂ ਕੋਈ ਗੁਨਾਹ ਹੀ ਨਹੀਂ ਸੀ। ਉਹਨੇ ਕੀ ਕੀਤਾ ਸੀ? ਕੁਛ ਵੀ ਨਹੀਂ ਸੀ, ਸਿਰਫ ਇੱਕ ਸੱਚਾਈ ਬੋਲੀ ਸੀ ਔਰ ਸੱਚਾਈ ਦੱਸਦਾ ਸੀ ਲੋਕਾਂ ਨੂੰ। ਲੇਕਿਨ ਉਸ ਯਹੂਦੀ ਕੌਮ ਕੋਲੋਂ, ਉਸ ਪੱਕੀ ਫਰੀਸੀ ਕੌਮ ਕੋਲੋਂ ਪ੍ਰਭੂ ਯਿਸੂ ਮਸੀਹ ਦੀ ਸੱਚਾਈ ਬਰਦਾਸ਼ਤ ਨਹੀਂ ਹੋਈ। ਔਰ ਉਸ ਗੱਲ ਦੀ ਇੰਨੀ ਵੱਡੀ ਸਜ਼ਾ ਮਿਲੀ ਯਹੂਦੀ ਕੌਮ ਨੂੰ ਕਿ 1900 ਸਾਲ ਤੱਕ ਯਹੂਦੀਆਂ ਦੇ ਉੱਥੇ ਪੈਰ ਨਹੀਂ ਲੱਗੇ। ਉਹ ਸਾਰੇ ਖਿੰਡ ਗਏ, ਭੱਜ ਗਏ, ਕੋਈ ਇੱਧਰ ਨੂੰ ਭੱਜ ਗਏ। ਇੰਨੀ ਵੱਡੀ ਉੱਥੇ ਪ੍ਰੋਬਲਮ ਆ ਗਈ ਕਿ ਇਸ ਤਰ੍ਹਾਂ ਉੱਥੇ ਯਹੂਦੀ ਲੋਕਾਂ ਨੂੰ ਆਪਣਾ ਦੇਸ਼ ਛੱਡ ਕੇ ਦੂਸਰੇ ਲੋਕਾਂ ਦੇ ਵਿੱਚ ਜਾ ਕੇ ਬਸਣਾ ਪਿਆ। ਔਰ ਉਦੋਂ ਦੇ ਖਿਲਰੇ ਪੱਤਰੇ ਪੈ ਕੁਝ ਯਹੂਦੀ ਲੋਕ ਮਨੁੱਸ਼ਾਂ ਦੇ ਵੀ ਇੱਥੇ ਕੌਮ ਆ ਜਿਹੜੀ ਉਹਦਾ ਗੋਤਰ ਆ, ਪਿਛਲੇ ਦਿਨਾਂ ਦੇ ਵਿੱਚ ਇੰਡੀਆ ਤੋਂ ਉੱਥੇ ਗਏ। ਚਾਈਨਾ ਦੇ ਵਿੱਚ ਵੀ ਆ, ਇੰਡੀਆ ਦੇ ਵਿੱਚ ਵੀ ਆ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਕੌਮ ਫੈਲੀ ਪਈ ਆ ਔਰ ਸਾਰੀ ਕੌਮ ਹੁਣ ਇਕੱਠੀ ਹੋ ਰਹੀ ਆ। ਸੋ ਇਹ ਮੇਰੇ ਜੋ 3 ਦਿਨ ਪੂਰੇ ਹੋ ਗਏ ਆ ਔਰ ਅੱਗੇ ਜਾ ਕੇ ਆਪਾਂ ਦੇਖਦੇ ਆ ਕਿ ਬੁੱਧਵਾਰ ਨੂੰ ਸਲੀਬੀ ਮੌਤ ਦਾ ਫਰਮਾਨ ਪ੍ਰਭੂ ਯਿਸੂ ਮਸੀਹ ਨੂੰ ਹੋ ਗਿਆ ਔਰ ਸਲੀਬੀ ਮੌਤ ਦਿੱਤੀ ਗਈ। ਬਹੁਤ ਸਾਰੇ ਲੋਕ ਅੱਜ, ਮੈਂ ਇਸ ਗੱਲ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ, ਗੁੱਡ ਫਰਾਈਡੇ ਮਨਾਉਂਦੇ ਆ, ਠੀਕ ਹੈ, ਚੰਗੀ ਗੱਲ ਆ, ਮਨਾਉਣਾ ਚਾਹੀਦਾ। ਪ੍ਰਭੂ ਯਿਸੂ ਮਸੀਹ ਦੀ ਮੌਤ ਨੂੰ ਯਾਦ ਕਰਦੇ, ਪਰ ਜਿਹੜੇ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਗੁੱਡ ਫਰਾਈਡੇ ਦਾ ਦਿਨ ਉਹਦਾ ਬਣਦਾ ਨਹੀਂਗਾ। ਔਰ ਜਦੋਂ ਆਪਾਂ ਮਤੀ ਰਸੂਲ ਦੀ ਕਿਤਾਬ 12 ਬਾਬ ਤੋਂ 38 ਤੋਂ 40 ਐਤ ਪੜ੍ਹਦੇ ਆ, ਯੂਨਾ ਨਬੀ ਦੀ ਨਿਸ਼ਾਨੀ ਦਿੱਤੀ ਗਈ ਆ, ਉਹ ਵਚਨ ਇਸ ਗੱਲ ਨੂੰ ਸਿੱਧ ਕਰੂਗਾ। ਹਾਂਜੀ ਪੜ੍ਹੋ ਜੀ, 12 ਦੀ 38 ਤੋਂ 40। ਤਦ ਕਿੰਨੇ ਗ੍ਰੰਥੀਆਂ ਅਤੇ ਫਰੀਸੀਆਂ ਨੇ ਅੱਗੋਂ ਆਖਿਆ। ਉਹ ਪ੍ਰਭੂ ਯਿਸੂ ਮਸੀਹ ਨੂੰ ਫੱਕੀ ਫਰੀਸੀ ਹੈਡ ਗ੍ਰੰਥੀ ਲੋਕ ਪੁੱਛ ਰਹੇ ਆ। ਹਾਂਜੀ ਗੁਰੂ ਜੀ, ਅਸੀਂ ਤੇਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ। ਗੁਰੂ ਜੀ ਕਹਿੰਦਾ ਅਸੀਂ ਤੇਰੇ ਕੋਲੋਂ ਇੱਕ ਨਿਸ਼ਾਨੀ ਵੇਖਣਾ ਚਾਹੁੰਦੇ ਹਾਂ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰੀ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ। ਨਿਸ਼ਾਨੀ ਚਾਹੁੰਦੀ ਹੈ। ਹਾਂਜੀ, ਪਰ ਯੂਨਾਨ ਨਬੀ ਦੀ ਨਿਸ਼ਾਨੀ ਬਿਨਾਂ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ। ਯੂਨਾ ਨਬੀ ਤੋਂ ਇਲਾਵਾ ਕਹਿੰਦਾ ਹੋਰ ਕੋਈ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ। ਕਿਉਂਕਿ ਜਿਸ ਤਰ੍ਹਾਂ ਯੂਨਾ 3 ਦਿਨ ਅਤੇ 3 ਰਾਤ ਮੱਛੀ ਦੇ ਢਿੱਡ ਵਿੱਚ ਸੀ, ਜਿਸ ਤਰ੍ਹਾਂ ਯੂਨਾ ਨਬੀ 3 ਦਿਨ ਔਰ 3 ਰਾਤਾਂ ਮਛਲੀ ਦੇ ਪੇਟ ਦੇ ਵਿੱਚ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ 3 ਦਿਨ ਅਤੇ 3 ਰਾਤ ਦੇਖੋ ਧਰਤੀ ਦੇ ਅੰਦਰ ਹੋਵੇਗਾ। ਪੂਰੇ ਸ਼ਬਦਾਂ ਨੂੰ ਫੜੋ ਕਿ 3 ਦਿਨ ਔਰ 3 ਰਾਤ। ਔਰ ਜਿਸ ਤਰ੍ਹਾਂ ਆਪਾਂ ਉਤਪਤੀ ਦੀ ਕਿਤਾਬ ਜਦੋਂ ਪੜ੍ਹਦੇ ਆ ਉਹਦੇ ਵਿੱਚ ਲਿਖਿਆ ਕਿ ਸੂਰਜ ਜਿਹੜਾ ਦਿਨ ਦੇ ਉੱਤੇ ਰਾਜ ਕਰੇਗਾ ਔਰ ਚੰਦਰਮਾ ਜਿਹੜਾ ਰਾਤ ਦੇ ਉੱਤੇ ਰਾਜ ਕਰੂਗਾ। ਸੋ ਮਤਲਬ ਕਹਿਣ ਦਾ ਕਿ 12 ਘੰਟੇ 24 ਘੰਟੇ ਬਣਦੇ ਆ। ਔਰ ਉਹਨੇ 3 ਦਿਨ ਔਰ 3 ਰਾਤਾਂ ਦਾ ਜ਼ਿਕਰ ਕੀਤਾ। ਔਰ ਇੱਕ ਵਚਨ ਜਦੋਂ ਹੋਰ ਆਪਾਂ ਪੜ੍ਹਦੇ ਆ ਮਤੀ ਰਸੂਲ ਦੀ ਕਿਤਾਬ 26 ਬਾਬ ਦੀ 61 ਹੈ, ਉਹਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਇਸ ਹੈਕਲ ਨੂੰ ਢਾਹ ਕੇ 3 ਦਿਨਾਂ ਦੇ ਵਿੱਚ ਬਣਾ ਸਕਦਾ ਹਾਂ। ਔਰ ਬਾਰ-ਬਾਰ ਇਹ ਜ਼ਿਕਰ 2 ਸਾਨੂੰ ਪੁਆਇੰਟ ਮਿਲਦੇ ਆ ਕਿ ਉਧਰ 12 ਮਤੀ ਰਸੂਲ ਦੀ ਕਿਤਾਬ 12 ਬਾਬ ਦੇ 38 ਤੋਂ 40 ਹੈ, ਯੂਨਾ ਨਬੀ ਦੀ ਨਿਸ਼ਾਨੀ ਦਿੱਤੀ ਗਈ 3 ਦਿਨ ਔਰ 3 ਰਾਤਾਂ। ਔਰ ਇੱਧਰ 26 ਬਾਬ
ਦੀ ਕਾਟ ਹੈ ਜਦੋਂ ਆਪਾਂ ਪੜ੍ਹਦੇ ਪੜੋ ਜੀ। ਇਹਨੇ ਆਖਿਆ ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ 3 ਦਿਨਾਂ ਵਿੱਚ ਉਹਨੂੰ ਬਣਾ ਸਕਦਾ ਹਾਂ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਇਸ ਹੈਕਲ ਨੂੰ 3 ਦਿਨਾਂ ਦੇ ਵਿੱਚ ਢਾਹ ਕੇ ਨਵੇਂ ਸਿਰੇ ਮੈਂ ਬਣਾ ਸਕਦਾ, ਮਤਲਬ ਤੀਸਰੇ ਦਿਨਾਂ ਬਾਅਦ ਉਹ ਜਿੰਦਾ ਹੋ ਸਕਦਾ ਹੈ। ਔਰ ਜਦੋਂ ਆਪਾਂ ਸ਼ੁੱਕਰਵਾਰ ਤੋਂ ਲੈ ਕੇ ਇਹਦੀ ਕੈਲਕੂਲੇਸ਼ਨ ਕਰੀਏ, ਸ਼ੁੱਕਰਵਾਰ ਪ੍ਰਭੂ ਯਿਸੂ ਮਸੀਹ ਨੇ ਦੱਸਦੇ ਆ ਵੀ 3 ਵਜੇ ਸਲੀਬੀ ਮੌਤ ਦਿੱਤੀ, ਔਰ ਤਕਰੀਬਨ 3 ਵਜੇ ਪ੍ਰਭੂ ਯਿਸੂ ਮਸੀਹ ਨੇ ਸਲੀਬੀ ਮੌਤ ਦਿੱਤੀ। ਘੰਟਾ 2 ਘੰਟੇ ਉਹਨੂੰ ਕਬਰ ਦੇ ਵਿੱਚ, ਫਿਰ ਉਹ ਯੂਸਫ ਅਰਮੀਤੀਆ ਜਾ ਕੇ ਪਰਮਿਸ਼ਨ ਲੈ ਕੇ ਆਉਂਦਾ, ਉਹਨੂੰ ਸਲੀਬ ਦੇ ਉੱਤੇ ਲਾਉਂਦੇ ਆ ਔਰ ਕਬਰ ਦੇ ਵਿੱਚ ਦਫਨਾਉਂਦੇ ਮਤਲਬ ਤਕਰੀਬਨ 4:30-5 ਵੱਜ ਗਏ ਹੋਣਗੇ। ਔਰ ਜੇ ਅਗਰ ਆਪਾਂ 6 ਵਜੇ ਦਾ ਕੋਈ ਇਦਾਂ ਮੰਨ ਕੇ ਚੱਲਦੇ, ਕਿਉਂਕਿ 6 ਵਜੇ ਸੂਰਜ ਡੁੱਬ ਜਾਂਦਾ ਹੈ, ਉਸ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੂੰ ਦਫਨਾਇਆ ਗਿਆ। ਔਰ ਆਪਾਂ 5 ਵਜੇ ਤੋਂ ਮੰਨ ਕੇ ਚੱਲਦੇ ਆ, 5 ਵਜੇ ਤੋਂ ਲੈ ਕੇ ਸ਼ੁੱਕਰਵਾਰ ਸ਼ਨੀਵਾਰ ਤੱਕ ਤੇ 24 ਘੰਟੇ ਬਣਦੇ ਆ। ਔਰ ਸ਼ਨੀਵਾਰ ਤੋਂ ਲੈ ਕੇ ਸੰਡੇ ਤੱਕ ਪਹਿਲੇ ਪੈਰ ਪ੍ਰਭੂ ਯਿਸੂ ਮਸੀਹ ਜਾਗ ਉੱਠਿਆ ਤਾਂ ਤਕਰੀਬਨ ਉਹਦੇ ਵਿੱਚ ਆਪਾਂ 12 ਘੰਟੇ ਹੋਰ ਜੋੜ ਲਈਏ ਤੇ 34-36 ਘੰਟੇ ਬਣਦੇ ਆ। ਜਦ ਕਿ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਵਚਨਾਂ ਦੇ ਨਾਲ ਹੀ ਯੂਨਾ ਨਬੀ ਦੀ ਜਿਹੜੀ ਨਿਸ਼ਾਨੀ ਦਿੱਤੀ ਆ, 3 ਦਿਨ ਔਰ 3 ਰਾਤਾਂ ਦਿੱਤੀ ਗਈ ਆ। ਔਰ ਜੇ ਅਗਰ ਆਪਾਂ ਇਸ ਤੋਂ ਬੈਕ ਚੱਲੀਏ ਤਾਂ ਬੁੱਧਵਾਰ ਤੋਂ ਲੈ ਕੇ ਵੀਰਵਾਰ ਤੱਕ 24 ਘੰਟੇ ਬਣਦੇ ਆ, ਔਰ ਵੀਰਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 48 ਘੰਟੇ ਬਣਦੇ ਆ, ਔਰ ਸ਼ੁੱਕਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ 72 ਘੰਟੇ ਬਣਦੇ ਆ। ਔਰ ਮੇਰੇ ਅਜ਼ੀਜ਼ੋ, ਇਹ ਆ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਦਾ ਦਿਨ, 14 ਤਰੀਕ ਨਿਸ਼ਾਨ ਦਾ ਮਹੀਨਾ ਸੀਗਾ। ਔਰ ਉਹਦੇ ਵਿੱਚ ਇੱਕ ਹੋਰ ਖਾਸ ਗੱਲ ਆ ਕਿ ਇਹ ਜਿਹੜਾ ਇਹ ਜੇਰਲੀ ਸਬਤ ਦਾ ਦਿਨ ਸੀਗਾ। ਸਬਤ ਦਾ ਦਿਨ ਤਾਂ ਸ਼ਨੀਵਾਰ ਹੀ ਹੁੰਦਾ ਹੈ, ਲੇਕਿਨ ਜਦੋਂ ਆਪਾਂ 19 ਬਾਬ ਦੀ 31 ਆਇਤ ਪੜ੍ਹਦੇ ਨਾ ਯਹੂਨਾ, ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਕਈਆਂ ਦੇ ਅਲੱਗ-ਅਲੱਗ ਗੋਸਪਲ ਦੇ ਵਿੱਚ ਅਲੱਗ-ਅਲੱਗ ਆ, ਪਰ ਜਦੋਂ ਆਪਾਂ ਯਹੂਨਾ ਦੀ ਪੁਸਤਕ 19 ਬਾਬ ਦੀ 31 ਆਇਤ ਪੜ੍ਹਦੇ ਆ, ਇਸ ਬਾਈਬਲ ਦੇ ਵਿੱਚ ਨੇ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ, ਪਿਲਾਤੁਸ ਅੱਗੇ ਬੇਨਤੀ ਕੀਤੀ ਵੀ ਉਹਨਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਹ ਉਤਾਰੇ ਜਾਣ, ਤਾਂ ਜੋ ਲੋਥਾ ਸਬਤ ਦੇ ਦਿਨ ਸਲੀਬ ਉੱਤੇ ਨਾ ਰਹਿਣ। ਹਾਂਜੀ ਆਹ ਦੇਖੋ, ਆਹ ਪੜ੍ਹੋ ਬਾਪੂ, ਆਹ ਤੁਸੀਂ ਪੜ੍ਹੋ ਇੱਥੇ 19 ਦੀ 31, ਮਤਲਬ ਉਹ ਇੱਕ ਸਪੈਸ਼ਲ ਸਬਤ ਦਾ ਦਿਨ ਸੀਗਾ। ਇਹ ਜਿਹੜਾ ਕਹਿਣ ਦਾ ਮਤਲਬ ਆ ਕਿ 14 ਤਰੀਕ ਦਿਨ ਕੋਈ ਅੱਗੇ ਪਿੱਛੇ ਹੋ ਸਕਦਾ, ਲੇਕਿਨ ਜਿਹੜਾ ਅਬੀਬ ਦਾ ਮਹੀਨਾ, ਨਿਸ਼ਾਨ ਦਾ ਮਹੀਨਾ, ਉਹ 14 ਤਰੀਕ ਹੀ ਹੈ। ਔਰ ਇਹ ਜੀਰਲੀ ਸਬਤ ਆ, ਸਾਲ 'ਚ ਇੱਕ ਵਾਰੀ ਆਉਂਦਾ ਹੈ। ਔਰ ਚਲੋ ਖੈਰ ਆਪਣੀ ਇੱਦਾਂ ਦੀ ਨਹੀਂ ਆਪਾਂ ਜਾਣਾ ਕਿ ਇਹ ਪ੍ਰਭੂ ਯਿਸੂ ਮਸੀਹ ਦੇ ਪਹਿਲੇ 3 ਦਿਨਾਂ ਦੇ ਵਿੱਚ ਇਦਾਂ ਆ। 3 ਦਿਨ ਜਿਹੜੇ ਯੂਨਾ ਨਬੀ ਦੀ ਨਿਸ਼ਾਨੀ ਦਿੱਤੀ ਗਈ ਆ, 3 ਦਾ 3 6, ਔਰ 7ਵੇਂ ਦਿਨ ਪ੍ਰਭੂ ਯਿਸੂ ਮਸੀਹ ਸੰਡੇ ਵਾਲੇ ਸਵੇਰੇ ਪਹਿਲੇ ਪੈਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਬੋਲੋ ਹਾਲੇਲੂਇਆ। ਔਰ ਮੇਰੇ ਅਜ਼ੀਜ਼ੋ, ਇਹ ਪੂਰੇ 7 ਦਿਨਾਂ ਦਾ ਭੇਤ ਆ। ਪਹਿਲੇ ਦਿਨ ਪ੍ਰਭੂ ਯਿਸੂ ਮਸੀਹ ਨੇ ਵਿਜੇ ਪ੍ਰਵੇਸ਼ ਕੀਤਾ, ਪਾਮ ਸੰਡੇ ਦਿਨ। ਦੂਸਰੇ ਦਿਨ ਉਹਦੀ ਕੀਮਤ ਅਦਾ ਕੀਤੀ ਗਈ। ਤੀਸਰੇ ਦਿਨ ਉਹਨੇ ਫਸਾਦ ਦਾ ਪਰਵ ਚੇਲਿਆਂ ਦੇ ਨਾਲ ਮਨਾਇਆ, ਔਰ ਉਸੇ ਰਾਤ ਉਹ ਪਕੜਵਾਇਆ ਗਿਆ। ਬੁੱਧਵਾਰ ਸਵੇਰੇ ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦਿੱਤੀ ਗਈ ਆ। ਔਰ ਬੁੱਧਵਾਰ ਤੋਂ ਲੈ ਕੇ ਪੂਰੀ ਕੈਲਕੂਲੇਸ਼ਨ ਵੀ ਵੀਰਵਾਰ ਤੱਕ 24 ਘੰਟੇ, ਵੀਰਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 48 ਘੰਟੇ, ਔਰ ਸ਼ੁੱਕਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ 72 ਘੰਟੇ। ਔਰ ਪਹਿਲੇ ਪੈਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਆ। ਔਰ ਇਹ 7 ਦਿਨਾਂ ਦਾ ਭੇਤ ਆ। ਔਰ ਮੇਰੇ ਅਜ਼ੀਜ਼ੋ, ਲੇਲੇ ਦਾ ਜਿਹੜਾ ਕੂਚ ਦੀ ਕਿਤਾਬ ਦੇ ਵਿੱਚ ਆ, ਉਹ ਇੱਕ ਨੈਗੇਟਿਵ ਸੀਗਾ। ਔਰ ਜਿਹੜੀ ਅਸਲੀ ਤਸਵੀਰ ਆ, ਉਹ ਪ੍ਰਭੂ ਯਿਸੂ ਮਸੀਹ ਨੇ ਸਲੀਬੀ ਮੌਤ ਦੇ ਕੇ ਉਹ ਅਸਲੀ ਤਸਵੀਰ ਨੂੰ ਜ਼ਾਹਰ ਕੀਤਾ ਹੈ। ਉਸ ਸਮੇਂ ਜਿਹੜਾ ਲੇਲੇ ਦਾ ਲਹੂ ਸੀਗਾ, ਉਹ ਸਿਰਫ ਇਸਰਾਇਲ ਕੌਮ ਨੂੰ ਬਚਾਉਣ ਲਈ ਸੀਗਾ, ਲੇਕਿਨ ਅੱਜ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਲਹੂ ਆ, ਉਹ ਸਾਰੀ ਦੁਨੀਆ ਨੂੰ ਬਚਾਉਣ ਦੇ ਲਈ ਆ। ਅੱਜ ਪ੍ਰਭੂ ਯਿਸੂ ਮਸੀਹ ਸਾਰੀ ਦੁਨੀਆ ਨੂੰ ਕਹਿ ਰਹੇ ਆ ਕਿ ਹੇ ਦੁਨੀਆ ਦੇ ਥੱਕੇ ਮੰਦੇ ਹੋ, ਬੋਝ ਤੇ ਮਾਰੇ ਲੋਕੋ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਪਰ ਮੇਰੇ ਅਜ਼ੀਜ਼ੋ, ਅਸੀਂ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਨੂੰ ਜਦੋਂ ਪ੍ਰਾਰਥਨਾ ਕਰਨੀ ਹੈ, ਆਪਣੇ ਮਨ ਦੇ ਵਿੱਚ ਇੱਕ ਪਿਕਚਰ ਬਣਾਉਣੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਕਿੰਨਾ ਵੱਡਾ ਕਸ਼ਟ ਸਹਿਆ, ਕਿੰਨੀ ਮਤਲਬ ਦਰਦਨਾਕ ਸਲੀਬੀ ਮੌਤ ਉਹਨੇ ਦਿੱਤੀ ਹੈ।
ਔਰ ਮੇਰੇ ਅਜ਼ੀਜ਼ੋ, ਜਿਸ ਤਰ੍ਹਾਂ ਉਹਦੇ ਵਿੱਚ ਲਿਖਿਆ ਕਿ ਲੇਲੇ ਦੀ ਹੱਡੀ ਨਹੀਂ ਟੁੱਟਣੀ ਚਾਹੀਦੀ, ਇਧਰਲੇ ਪਾਸੇ ਪ੍ਰਭੂ ਯਿਸੂ ਮਸੀਹ ਦੀ ਕੋਈ ਵੀ ਹੱਡੀ ਨਹੀਂ ਤੋੜੀ ਗਈ। ਔਰ ਜਿਹੜਾ ਪਾਲਾ ਮਾਰਿਆ ਗਿਆ ਸੀ ਉਹ ਅਸਲੀ ਦੇ ਇੱਥੋਂ ਹੋ ਕੇ ਵਿੱਚ ਵੀ ਮਾਰਿਆ ਸੀਗਾ। ਔਰ ਇੱਕ ਪੰਜਾਬ ਪੁਲਿਸ ਦਾ ਬੰਦਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਬੈਠਾ ਇਲਾਕੇ ਤੇ ਪ੍ਰਚਾਰ ਕਰ ਰਿਹਾ ਸੀ। ਬਹੁਤ ਸੋਹਣੀਆਂ ਗੱਲਾਂ ਉਹਨੇ ਕਹੀਆਂ ਕਿ ਕੰਡਿਆਂ ਦਾ ਤਾਜ ਪ੍ਰਭੂ ਯਿਸੂ ਮਸੀਹ ਦੇ ਸਿਰ ਦੇ ਉੱਤੇ ਇਸ ਲਈ ਰੱਖਿਆ ਗਿਆ ਕਿ ਜਿਹੜਾ ਸਾਡਾ ਦਿਲ, ਦਿਮਾਗ, ਜ਼ਿਹਨ ਆ, ਇਹਦੇ ਵਿੱਚ ਕੋਈ ਬੁਰੇ ਵਿਚਾਰ ਨਾ ਹੋਣ। ਔਰ ਦਿਲ ਦੇ ਵਿੱਚ ਉਹਦੇ ਭਾਲਾ ਇਸ ਲਈ ਮਾਰਿਆ ਗਿਆ ਕਿ ਅਸੀਂ ਆਪਣੇ ਦਿਲਾਂ ਨੂੰ ਸ਼ੁੱਧ ਕਰਨਾ ਹੈ, ਪਾਕ ਤੇ ਪਵਿੱਤਰ ਕਰਨਾ। ਸਾਡੇ ਦਿਲ ਦੇ ਅੰਦਰ ਕੋਈ ਪੁਰਾਣਾ ਖਮੀਰ ਨਹੀਂ ਰਹਿਣਾ ਚਾਹੀਦਾ ਹੈ। ਔਰ ਹੱਥਾਂ ਦੇ ਵਿੱਚ ਕਿਲ ਤਾਂ ਠੋਕਿਆ ਗਿਆ ਕਿ ਅਸੀਂ ਇਹਨਾਂ ਹੱਥਾਂ ਦੇ ਨਾਲ ਕੋਈ ਬੁਰਾ ਕੰਮ ਨਹੀਂ ਕਰਨਾ ਹੈ। ਔਰ ਪੈਰਾਂ ਦੇ ਵਿੱਚ ਤਾਂ ਕਿਲ ਠੋਕਿਆ ਗਿਆ। ਪ੍ਰਭੂ ਯਿਸੂ ਮਸੀਹ ਕਹਿ ਰਹੇ ਕਿ ਕਦੀ ਵੀ ਤੁਹਾਡੇ ਕਦਮ ਜਿਹੜੇ ਆ ਉਹ ਬੁਰਾਈ ਵੱਲ ਨਹੀਂ ਚੱਲਣੇ ਚਾਹੀਦੇ। ਔਰ ਮੇਰੇ ਅਜ਼ੀਜ਼ੋ, ਇਹ 7 ਦਿਨਾਂ ਦਾ ਭੇਤ ਆ, ਇਹ ਬਹੁਤ ਵੱਡਾ ਇੱਕ ਪ੍ਰਕਾਸ਼ਨ ਸੀਗਾ ਮੇਰੇ ਲਈ। ਮੈਨੂੰ ਨਹੀਂ ਪਤਾ ਕਿਸੇ ਨੂੰ ਕਿੱਦਾਂ ਲੱਗਦਾ ਕਿੱਦਾਂ ਨਹੀਂ। ਔਰ ਇਹ 7 ਦਿਨ ਦੀ ਇੱਕ ਬਹੁਤ ਵੱਡੀ ਭਵਿੱਖਬਾਣੀ ਸੀਗੀ। ਲੇਕਿਨ ਅੱਜ ਪ੍ਰਭੂ ਯਿਸੂ ਮਸੀਹ ਸਾਨੂੰ ਕੀ ਕਹਿ ਰਿਹਾ ਹੈ, ਇਹਦੇ ਲਈ ਅਸੀਂ ਇੱਕ ਵਚਨ ਦੇਖਾਂਗੇ, ਇਬਰਾਨੀਆਂ ਦੀ ਪੱਤਰੀ। ਔਰ ਜਦੋਂ ਪ੍ਰਭੂ ਯਿਸੂ ਮਸੀਹ 3 ਦਿਨ ਅੱਗੇ ਜਾ ਕੇ ਫੇਰ ਹੁੰਦਾ, 3 ਦਿਨ ਦਾ ਜ਼ਿਕਰ ਫੇਰ ਹੁੰਦਾ। ਇਹ ਪਹਿਲਾ ਪਤਰਸ ਪੜ੍ਹੀਏ, ਇੱਕ ਮਿੰਟ ਪਹਿਲਾਂ ਆਹ ਵਚਨ ਪੜ੍ਹੀਏ। ਪਹਿਲਾ ਪਤਰਸ 3 ਬਾਬ ਦੀ 18 ਤੋਂ 20 ਅਧ ਪੜ੍ਹੀਏ। ਔਰ 3 ਦਿਨ ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਹੈ। ਔਰ ਉੱਥੋਂ ਮੌਤ, ਸ਼ੈਤਾਨ ਦੀਆਂ ਚਾਬੀਆਂ ਸ਼ੈਤਾਨ ਦੇ ਕੋਲੋਂ ਖੋਹ ਕੇ ਲਿਆਇਆ। ਔਰ ਹੁਣ ਪ੍ਰਭੂ ਯਿਸੂ ਮਸੀਹ ਦਾ ਉਹ ਆਪਣੇ ਜਿਹੜੇ ਪਵਿੱਤਰ ਜਨ ਸੀਗੇ, ਉਹਦੇ ਨਬੀ ਸੀਗੇ, ਉਹਨਾਂ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਨਾਲ ਸਵਰਗ ਦੇ ਵਿੱਚ ਲੈ ਗਿਆ ਹੈ। ਹਾਂਜੀ, ਜੋ ਮਸੀਹ ਨੇ ਹਾਂਜੀ, ਵੀ ਇੱਕ ਵਾਰ ਪਾਪ ਦੇ ਪਿੱਛੇ ਦੁੱਖ ਝੱਲਿਆ, ਇੱਕ ਵਾਰ ਪ੍ਰਭੂ ਯਿਸੂ ਮਸੀਹ ਨੇ ਦੁੱਖ ਝੱਲਿਆ, ਅਰਥਾਤ ਧਰਮੀ ਲੋਕ ਧਰਮੀਆਂ ਦੇ ਨਾਲ ਧਰਮੀਆਂ ਲਈ ਵੀ ਉਹ ਸਾਨੂੰ ਪਰਮੇਸ਼ਵਰ ਦੇ ਕੋਲ ਪਹੁੰਚਾਵੇ। ਜੇ ਸਾਨੂੰ ਪਰਮੇਸ਼ਵਰ ਦੇ ਕੋਲ ਪਹੁੰਚਾਵੇ, ਉਹਦਾ ਮਕਸਦ, ਉਹਦਾ ਮਹਾਨ ਬਲੀਦਾਨ, ਉਹਦੀ ਸਲੀਬੀ ਮੌਤ ਦਾ ਮਕਸਦ ਇਹ ਸੀਗਾ ਕਿ ਸਾਡੇ ਲਈ ਸਵਰਗ ਰਾਜ ਦਾ ਰਸਤਾ ਖੁੱਲ ਜਾਵੇ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਹਾਂ। ਹਾਂਜੀ, ਉਹ ਤਾਂ ਸਰੀਰ ਕਰਕੇ ਮਾਰਿਆ ਗਿਆ, ਉਹ ਤਾਂ ਸਰੀਰਕ ਕਰਕੇ ਮਾਰਿਆ ਗਿਆ, ਪਰ ਆਤਮਾ ਕਰਕੇ ਜਿਵਾਲਿਆ ਗਿਆ। ਆਤਮਾ ਕਰਕੇ ਜਿਵਾਲਿਆ ਗਿਆ, ਜਿਹਦੇ ਵਿੱਚ ਹੋ ਕੇ ਉਹਨੇ ਉਹਨਾਂ ਆਤਮਿਆਂ ਕੋਲ, ਉਹਨਾਂ ਆਤਮਿਆਂ ਦੇ ਕੋਲ, ਆਤਮਾ ਦੇ ਵਿੱਚ ਹੋ ਕੇ ਉਹਨਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ, ਜਿਹੜੇ ਕੈਦ ਵਿੱਚ ਸੀ, ਪਤਾਲ ਦੀ ਜਾ ਕੈਦ ਕੇ ਵਿੱਚ ਮਨਾਦੀ ਕੀਤੀ, ਜਾ ਕੇ ਮਨਾਦੀ ਕੀਤੀ, ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ। ਹਾਂਜੀ, ਜਿਹੜੇ ਪਿਛਲੇ ਸਮੇਂ ਅਨਆਗਿਆਕਾਰੀ ਸਨ, ਜਿਹੜੇ ਪਿਛਲੇ ਸਮੇਂ ਦੇ ਵਿੱਚ ਅਨਾਗਿਆਕਾਰੀ ਸੀ। ਜਿਸ ਵੇਲੇ ਪਰਮੇਸ਼ਵਰ ਨੂਹ ਦੇ ਦਿਨੀ, ਬਸ ਇੰਨਾ ਹੀ ਅੱਜ ਕਿ ਮਤਲਬ ਪ੍ਰਭੂ ਯਿਸੂ ਮਸੀਹ ਨੇ ਪਤਾਲ ਦੇ ਵਿੱਚ ਜਾ ਕੇ ਉੱਥੇ ਵੀ ਪ੍ਰਚਾਰ ਕੀਤਾ ਹੈ। ਔਰ ਇੱਕ ਵਚਨ ਹੁਣ ਅਸੀਂ ਪੜਾਂਗੇ ਆਖਰੀ, ਤੇ ਇਬਰਾਨੀਆਂ ਦੀ ਪੱਤਰੀ 10 ਬਾਬ 5 ਤੋਂ 13 ਬੜੇ ਆਰਾਮ ਨਾਲ ਇੱਕ ਇੱਕ ਕਰਕੇ ਪੜ੍ਹ ਦੋ। ਅੱਜ ਸਾਨੂੰ ਕਿਸੇ ਵੀ ਲੇਲੇ ਦੀ ਲੋੜ ਨਹੀਂ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਮਹਾਨ ਬਲੀਦਾਨ ਇੱਕੋ ਹੀ ਵਾਰੀ ਸਲੀਬ ਦੇ ਉੱਤੇ ਦੇ ਦਿੱਤਾ ਹੈ। ਹਾਂਜੀ, 5-6 ਤੋਂ ਪੜ੍ਹ। होम बलि और पाप बलि तो तू प्रसन्न नहीं हुंदा। ਪਰਮੇਸ਼ਵਰ ਕਹਿੰਦਾ ਹੋਮ ਬਲੀਆਂ ਤੋਂ ਔਰ ਪਾਪ ਬਲੀਆਂ ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ, ਕਿਉਂਕਿ ਜ਼ਬੂਰਾਂ ਦੀ ਪੋਥੀ ਵਿੱਚ ਲਿਖਿਆ ਗਿਆ ਕਿ ਮੈਂ ਪਸ਼ੂਆਂ ਦੀ ਚਰਬੀ ਖਾ ਖਾ ਕੇ ਅੱਕ ਗਿਆ ਹਾਂ। ਹਾਂਜੀ, तद मैं आख्या ਤਦ ਮੈਂ ਆਖਿਆ वेख मैं आया हाँ। ਵੇਖ ਮੈਂ ਆਇਆ ਹਾਂ। हे परमेश्वर, हे परमेश्वर, मैं तेरी इच्छा ਨੂੰ ਪੂਰੀਆਂ ਕਰਾਂ। ਤੇਰੀ ਇੱਛਾ ਨੂੰ ਪੂਰਾ ਕਰਾਂ। ਕਿਉਂਕਿ ਪ੍ਰਭੂ ਯਿਸੂ ਨੂੰ ਇਸ ਦੁਨੀਆ ਦੇ ਵਿੱਚ ਯਹੋਵਾ ਪਰਮੇਸ਼ਵਰ ਵੱਲੋਂ ਇਸ ਲਈ ਭੇਜਿਆ ਗਿਆ ਸੀ। ਉਹਨੇ ਇੱਕ ਖਾਸ ਕੰਮ ਦਿੱਤਾ ਗਿਆ ਸੀ ਕਿ ਜਾ ਕੇ ਤੂੰ ਆਪਣਾ ਮਹਾਨ ਬਲੀਦਾਨ ਦੇ, ਤਾਂ ਜੋ ਇਹ ਸਾਰੀ ਦੁਨੀਆ ਦਾ ਨਜਾਤ ਮਿਲ ਸਕੇ, ਇਹਨੂੰ ਮੁਕਤੀ ਮਿਲ ਸਕੇ, ਇਹਦਾ ਨਿਸਤਾਰਾ ਹੋ ਸਕੇ, ਇਹਨੂੰ ਸਲਵੇਸ਼ਨ ਮਿਲ ਸਕੇ। ਹਾਂਜੀ, ਜਿਵੇਂ ਪੁਸਤਕ ਦੀ ਪੱਤਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ, ਜਿਵੇਂ ਪੁਸਤਕਾਂ ਦੇ ਪੱਤਰੀਆਂ ਵਿੱਚ ਮੇਰੇ ਬਾਰੇ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਹੋਇਆ ਹੈ। ਉੱਪਰ ਜੋ ਕਹਿੰਦਾ ਹੈ, ਉੱਪਰ ਜੋ ਕਹਿੰਦਾ ਹੈ, ਭਈ ਤੈਂ ਬਲੀਦਾਨਾਂ, ਭੇਟਾਂ, ਹੋਮ ਬਲੀਆਂ ਔਰ ਪਾਪ ਬਲੀਆਂ ਨੂੰ ਨਾ ਚਾਹਿਆ। ਹਾਂਜੀ, ਪਰਮੇਸ਼ਵਰ ਨੇ ਕਦੇ ਵੀ ਭੇਟਾਂ ਨੂੰ, ਬਲੀਦਾਨਾਂ ਨੂੰ, ਹੋਮ ਬਲੀਆਂ ਨੂੰ ਨਹੀਂ ਚਾਹਿਆ, ਨਾ ਉਹਨਾਂ ਤੋਂ ਪ੍ਰਸੰਨ ਹੋਇਆ, ਨਾ ਪ੍ਰਭੂ ਉਹਨਾਂ ਤੋਂ ਪ੍ਰਸੰਨ ਹੋਇਆ ਹੈ। ਪਰ ਇਹ ਸ਼ਰ੍ਹਾ ਦੀ ਦੇ ਅਨੁਸਾਰ ਚੜਾਵੇ ਜਾਂਦੇ ਹਨ। ਇਹ ਸ਼ਰ੍ਹਾਂ ਦੇ ਅਨੁਸਾਰ ਚੜਾਏ ਜਾਂਦੇ ਹਨ। ਤਦ ਉਹਨ ਆਖਿਆ, ਤਦ ਉਹਨਾਂ ਨੇ ਆਖਿਆ ਵੇਖ ਮੈਂ ਤੇਰੀ ਇੱਛਾ ਨੂੰ ਪੂਰੀਆਂ ਕਰਨ ਆਇਆ ਹਾਂ। ਵੇਖ ਕਹਿੰਦਾ ਮੈਂ ਤੇਰੀ ਇੱਛਾ ਨੂੰ ਪੂਰੀਆਂ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ, ਉਹ ਪਹਿਲੇ ਨੂੰ ਹਟਾਉਂਦਾ, ਭਈ ਦੂਏ ਨੂੰ
ਕਾਇਮ ਕਰੇ। ਉਹ ਕਹਿੰਦਾ ਪਹਿਲੀਆਂ ਜਿਹੜੀਆਂ ਵਿਵਸਥਾ ਉਹਨਾਂ ਨੂੰ ਹਟਾਉਂਦਾ ਹੈ ਔਰ ਨਵੇਂ ਨੂੰ ਕਾਇਮ ਕਰਦਾ ਹੈ। ਹਾਂਜੀ, ਅਤੇ ਉਸੇ ਇੱਛਾ ਕਰਕੇ ਉਸੇ ਇੱਛਾ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਦੇ ਸਰੀਰ ਨੂੰ ਸਲੀਬੀ ਮੌਤ ਤੇ ਚੜਾਏ ਜਾਣ ਕਰਕੇ ਪਵਿੱਤਰ ਕੀਤੇ ਗਏ ਹਾਂ। ਅਤੇ ਹਰੇਕ ਜਾਜਕ ਨਿਤ ਖੜਾ ਹੋ ਕੇ ਹਰੇਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪ ਨੂੰ ਕਦੇ ਲੈ ਜਾ ਨਹੀਂ ਸਕਦੇ ਬਾਰ-ਬਾਰ ਚੜਾਉਂਦਾ ਹੈ। ਹਾਂਜੀ, ਕਹਿੰਦਾ ਵੀ ਜਿਹੜੇ ਜਾਜਕ ਸੀਗੇ ਪਿਛਲੇ ਸਮੇਂ ਉਹ ਬਾਰ-ਬਾਰ ਚੜਾਉਂਦੇ ਸੀ, ਕਿਉਂਕਿ ਉਹ ਜਿਹੜਾ ਲੇਲਿਆਂ ਦਾ ਪਸ਼ੂਆਂ ਦਾ ਲਹੂ ਸੀਗਾ ਉਹ ਸਾਨੂੰ ਹਮੇਸ਼ਾ ਦੇ ਲਈ ਨਜਾਤ ਜਾਂ ਮੁਕਤੀ ਨਹੀਂ ਸੀ ਦੇ ਸਕਦਾ। ਹਾਂਜੀ, ਪਰ ਇਹ ਪਾਪਾਂ ਦੇ ਬਦਲੇ ਇਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਇੱਕੋ ਹੀ ਬਲੀਦਾਨ, ਪ੍ਰਭੂ ਯਿਸੂ ਮਸੀਹ ਦਾ ਇੱਕੋ ਹੀ ਬਲੀਦਾਨ ਸਦਾ ਲਈ ਚੜਾ ਕੇ ਪਰਮੇਸ਼ਵਰ ਦੇ ਸਦਾ ਲਈ ਚੜਾ ਕੇ ਪਰਮੇਸ਼ਵਰ ਦੇ ਹਜ਼ੂਰ ਸੱਜੇ ਪਾਸੇ ਵਿਰਾਜਮਾਨ ਹੋਇਆ। ਸੱਜੇ ਪਾਸੇ ਵਿਰਾਜਮਾਨ ਹੋਇਆ। ਪ੍ਰਭੂ ਯਿਸੂ ਮਸੀਹ ਯਹੋਵਾ ਪਰਮੇਸ਼ਵਰ ਦੇ ਸੱਜੇ ਪਾਸੇ ਤਖਤ ਦੇ ਉੱਤੇ ਬੈਠਾ ਹੈ। ਹਾਂਜੀ, ਅਤੇ ਇਦੋਂ ਅੱਗੇ ਉਡੀਕ ਕਰਨਾ ਹੈ, ਇਹਦੇ ਅੱਗੇ ਉਡੀਕ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਧੋਵਣ ਦੀ ਚੌਂਕੀ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ। ਜੀ, ਕਿਉਂ ਜੋ ਉਹਨੇ ਇੱਕੋ ਭੇਟ ਨਾਲ ਹਾਂਜੀ। ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਇੱਕੋ ਹੀ ਭੇਡ ਦੇ ਨਾਲ, ਇੱਕੋ ਹੀ ਆਪਣੇ ਮਹਾਨ ਬਲੀਦਾਨ ਦੇ ਭੇਡ ਦੇ ਨਾਲ ਸਦਾ ਲਈ ਸੰਪੂਰਨ ਕੀਤਾ ਹੈ। ਸਦਾ ਲਈ ਸੰਪੂਰਨ ਕੀਤਾ ਹੈ। ਮੇਰੇ ਜ਼ਿੱਦੋ ਅੱਜ ਸਾਨੂੰ ਕਿਸੇ ਬੱਕਰੀਆਂ ਸ਼ੱਕਰਿਆਂ ਦੀ, ਕਿਸੇ ਲੇਲਿਆਂ ਦੀ ਲੋੜ ਨਹੀਂ। ਪ੍ਰਭੂ ਯਿਸੂ ਮਸੀਹ ਨੇ ਆਪਣੇ ਮਹਾਨ ਬਲੀਦਾਨ ਦੇ ਨਾਲ ਇਹ ਸਾਰੇ ਕੰਮ ਨੂੰ ਸੰਪੂਰਨ ਕਰ ਦਿੱਤਾ ਹੈ, ਪੂਰੀ ਤਰ੍ਹਾਂ ਨਾਲ ਪਰਫੈਕਟ ਕੰਮ ਕਰ ਦਿੱਤਾ ਹੈ। ਔਰ ਸਾਨੂੰ ਸਿਰਫ ਜ਼ਰੂਰਤ ਹੈ ਕਿ ਅੱਜ ਅਸੀਂ ਆਪਣੇ ਦਿਲਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਪਾਕ ਤੇ ਪਵਿੱਤਰ ਲਹੂ ਲਗਾ ਲਈਏ, ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਵਚਨ ਕਹਿੰਦਾ ਕਿ ਆਦਿ ਵਿੱਚ ਵਚਨ ਸੀ, ਵਚਨ ਪਰਮੇਸ਼ਵਰ ਦੇ ਸੰਗ ਸੀ ਔਰ ਵਚਨ ਹੀ ਪਰਮੇਸ਼ਵਰ ਹੈ। ਔਰ ਮੇਰੇ ਅਜ਼ੀਜ਼ੋ, ਦਾਊਦ ਕਹਿੰਦਾ, ਐ ਖੁਦਾ ਤੇਰਾ ਵਚਨ ਮੈਂ ਆਪਣੇ ਮਨ ਵਿੱਚ ਜਮ੍ਹਾਂ ਕਰ ਲਿਆ ਤਾਂ ਜੋ ਤੇਰੇ ਖਿਲਾਫ ਕੋਈ ਪਾਪ ਨਾ ਕਰਾਂ। ਔਰ ਮੇਰੇ ਅਜ਼ੀਜ਼ੋ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦਾ ਪਾਕ ਵਚਨ ਆਪਣੇ ਦਿਲਾਂ ਦੇ ਵਿੱਚ ਜਮ੍ਹਾਂ ਕਰ ਲੈਂਦੇ ਹਾਂ ਤੇ ਆਟੋਮੈਟਿਕਲੀ ਪ੍ਰਭੂ ਯਿਸੂ ਮਸੀਹ ਦਾ ਪਾਕ ਔਰ ਪਵਿੱਤਰ ਲਹੂ ਸਾਡੇ ਘਰਾਂ ਦੇ ਉੱਤੇ, ਸਾਡੇ ਬੱਚਿਆਂ ਦੇ ਉੱਤੇ, ਸਾਡੇ ਡੇਰਿਆਂ ਦੇ ਉੱਤੇ, ਸਾਡੇ ਕੰਮਕਾਰ ਦੇ ਉੱਤੇ, ਹਰ ਚੀਜ਼ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਲਹੂ ਲੱਗ ਜਾਂਦਾ ਹੈ। ਔਰ ਸਾਨੂੰ ਅੱਜ ਜ਼ਰੂਰਤ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਕਿ ਦੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖੜਾ ਖਟਖਟਾਉਣਾ ਹਾਂ। ਜੇਕਰ ਅੱਜ ਤੁਸੀਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੋ, ਮੈਂ ਤੁਹਾਡੇ ਦਿਲ ਵਿੱਚ ਆ ਕੇ ਵਾਸ ਕਰਾਂਗਾ ਔਰ ਤੁਹਾਡੇ ਨਾਲ ਭੋਜਨ ਛਕਾਂਗਾ। ਅੱਜ ਸਾਨੂੰ ਜ਼ਰੂਰਤ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਨੂੰ ਯਾਦ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿੱਡਾ ਵੱਡਾ ਮੇਰੇ ਤੁਹਾਡੇ ਪਾਪਾਂ ਦੇ ਲਈ ਆਪਣਾ ਖੂਨ ਦੇ ਕੇ ਸਾਡੀ ਕੀਮਤ ਅਦਾ ਕੀਤੀ ਹੈ ਔਰ ਸਾਡੇ ਤੁਹਾਡੇ ਲਈ स्वर्ग का रास्ता खोल दिता है। और मेरे अजीजों, दुआ करो कि तुसी जल्द तो जल्द खुदा दी पाक दुल्हन बन जाओ ता जो आप प्रभु दे उस बादशाह दे विच स्वर्ग राज दे विच जा सकीए। और मेरे अजीजों, खुदा इन्हां बचनां दे नाल तुहानूं सारिआं नूं बहुत सारी आशीष ते बरकत देवे। आमीन।